जिस तरह लिवर के रोग ने, पेट के रोग ने, कैंसर है, थायराइड है, संग्रहणी है, PCOS की बीमारी है, PCOD है, बांझपन है, मर्दाना कमजोरी है, शारीरिक कमजोरी है, दिमागी कमजोरी है, जोड़ों का दर्द है, गठिया है, वो बीमारियां जिहड़ियां क्रॉनिक डिजीज ने, ला इलाज बीमारियां, गंभीर बीमारियां जिथे मरीज कई बार ये कहता मैं थक गया, मैं टुट गया, हुण मेरा बीमारी का इलाज नहीं है। मैं दावे नाल ये गल कह सकदा कि इस पैथी विच आयुर्वैदिक विच ਉਹ ਬਿਮਾਰੀਆਂ ਦਾ ਇਲਾਜ ਹੈ ਜਿੱਥੇ ਮਰੀਜ਼ ਕਹਿੰਦਾ ਕਿ ਹੁਣ ਇਹਦਾ ਇਲਾਜ ਨਹੀਂ ਹੈ। ਤਕਰੀਬਨ ਲਗਭਗ ਹਰੇਕ ਬਿਮਾਰੀ ਦਾ ਇਲਾਜ ਹੈ। ਸੰਗ੍ਰਹਿਣੀ ਜਿਹੜਾ ਰੋਗ ਹੈ ਇਹਨੂੰ IBS ਵੀ ਕਹਿੰਦੇ ਆ ਤੇ ਲੋਕ ਇਸੇ ਚੱਕਰ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਾਂਦੇ ਪਰ ਉਹਨਾਂ ਨੂੰ ਇਲਾਜ ਨਹੀਂ ਹੋ ਪਾਉਂਦਾ ਸਹੀ ਢੰਗ ਦੇ ਨਾਲ। ਨਿਰੋਗ ਕਾਇਆ ਆਯੁਰਵੈਦਿਕ ਸੈਂਟਰ ਲੁਧਿਆਣਾ ਵਿੱਚ ਇਹਦਾ ਇਲਾਜ ਹੈ। ਅਗਰ ਮਰੀਜ਼ ਪਰਹੇਜ਼ ਕਰਦਾ ਹੈ, ਸਾਡੀ ਦਵਾਈ ਟਾਈਮ ਤੇ ਖਾਂਦਾ ਹੈ ਤੇ ਥੋੜੇ ਸਮੇਂ ਵਿੱਚ ਹੀ ਮੈਂ ਦੱਸਣਾ ਚਾਹੂੰਗਾ ਮਰੀਜ਼ ਬਿਲਕੁਲ ਠੀਕ ਹੋ ਜਾਂਦਾ ਹੈ। बहुत सारे मरीज ਜਿਹੜੇ निराश सी, बहुत लंबे समय तो पीड़ित सी, 10-10 साल हो गए सी जिन्हां नूं संग्रहणी रोग सी, ਅੱਜ बिल्कुल ठीक है। ਲੋਕਾਂ ਨੂੰ ਬਾਜ਼ਾਰ ਦਾ ਖਾਣਾ ਘੱਟ ਖਾਣਾ ਚਾਹੀਦਾ ਹੈ, ਘਰ ਦਾ ਖਾਣਾ ਖਾਣਾ ਚਾਹੀਦਾ ਹੈ, ਸਾਫ਼ ਸੁਥਰਾ ਖਾਣਾ ਚਾਹੀਦਾ ਹੈ। ਫਾਸਟ ਫੂਡ, ਜੰਕ ਫੂਡ ਤੋਂ ਸਾਨੂੰ ਬਚਣਾ ਚਾਹੀਦਾ ਹੈ। ਜ਼ਿਆਦਾ ਕੋਲਡ ਡਰਿੰਕ ਜਿਹੜਾ ਉਹ ਵੀ ਬਹੁਤ ਸਿਹਤ ਲਈ ਹਾਨੀਕਾਰਕ ਹੈ। बॉडी है एक अलार्म है, ਜਦੋਂ ਤੁਹਾਨੂੰ ਕੁਛ ਨਾ ਕੁਛ ਪ੍ਰੋਬਲਮਸ ਆਉਂਦੀਆਂ ਉਹ ਤੁਹਾਨੂੰ ਇੱਕ ਇਸ਼ਾਰਾ ਦਿੰਦੀ ਹੈ ਕਿ ਸਰੀਰ ਦੇ ਵਿੱਚ ਕੁਛ ਨਾ ਕੁਛ ਰੋਗ ਪੈਦਾ ਹੋ ਰਿਹਾ। ਡਾਕਟਰ ਸਾਹਿਬ ਅੱਜ ਕੱਲ ਲੇਡੀਜ਼ ਦੇ ਵਿੱਚ PCOD ਦੀ ਬਿਮਾਰੀ ਦੀ ਬਹੁਤ ਹੁੰਦਾ, ਚਿੰਤਾ ਵੀ ਬਹੁਤ ਹੁੰਦੀ, ਜਾਂ ਤਾਂ ਕਿਸੇ ਨੂੰ ਦੱਸ ਵੀ ਨਹੀਂ ਪਾਉਂਦੀ। ਸੋ ਹੈ ਕਿ ਬਿਮਾਰੀ ਕਾਰਨ ਕੀ ਹੈ ਕਿਉਂਕਿ ਲੇਡੀਜ਼ ਨੂੰ ਅਕਸਰ ਹੀ ਪ੍ਰੋਬਲਮ ਆਉਂਦੀ। ਪਹਿਲਾਂ ਕਹਿੰਦੇ ਸੀਗੇ ਕਿ ਏਜ ਜਦੋਂ ਹੋ ਜਾਂਦੀ ਜ਼ਿਆਦਾ, ਪਰ ਹੁਣ ਯੰਗ ਏਜ ਦੇ ਵਿੱਚ ਵੀ ਜੇ 30 ਦੀ ਗੱਲ ਕਰੀਏ 32 ਸਾਲ ਦੀ ਏਜ ਦੇ ਵਿੱਚ ਲੇਡੀ ਹੋ ਜਾਂਦੀ ਤੇ ਉਹਨੂੰ ਅਕਸਰ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿ ਇਹਦੇ ਵਿੱਚ ਬੱਚਾ ਕਨਸੀਵ ਕਰਨ ਚ, ਬੱਚਾ ਪੈਦਾ ਕਰਨ ਚ ਬੜੀ बहुत ज्यादा दिक्कत आती है। वजन ਵਧਣਾ शुरू हो जाता है, पिंपल्स हो जाते हैं। कई बार जो पीरियड्स आते हैं इन्नी ब्लीडिंग होती है, बहुत ज्यादा होती है। मान लो एक पेशेंट का वजन बढ़ रहा है, वो अपनी बीमारी ਨੂੰ मोटापा समझदा रहंदा है। निरोग आयुर्वैदिक सेंटर ਵਿੱਚ ਬਾਂਝਪਨ ਦਾ ਬਿਲਕੁਲ ਇਲਾਜ ਹੈ। ਜਿਨ੍ਹਾਂ ਦੀ ਸ਼ਾਦੀ ਨੂੰ, ਮੈਰਿਜ ਹੋਈ ਨੂੰ 15 ਸਾਲ ਜਾਂ 20 ਸਾਲ ਹੋ ਗਏ ਸੀ, ਜਿਨ੍ਹਾਂ ਦੇ ਘਰ ਬੱਚਾ ਨਹੀਂ ਸੀ ਉਹਨਾਂ ਦੇ ਘਰ ਵੀ ਬੱਚੇ ਹੈ। मॉडर्न साइंस नालों आयुर्वैदिक विच जिहड़ा इलाज है दूसरियां नालों कई गुना ज़्यादा बैटर इलाज है। ਇਹ ਕਾਰਨ ਕੀ ਹੁੰਦੇ? ਬਚਪਨ ਦੀ ਆਪਾਂ ਗੱਲ ਕਰਦੇ ਹਾਂ ਬਾਰ-ਬਾਰ ਕਿ ਬਿਮਾਰੀ ਜਿਹੜੀ ਹੈ ਪਾਈ ਜਾਂਦੀ, ਕਾਰਨ ਕੀ ਹੁੰਦੇ ਆ? ਇਹਦੇ ਵਿੱਚ ਹਾਰਮੋਨ ਜਿਹੜੇ ਆ ਇੰਬੈਲੈਂਸ ਹੋ ਜਾਂਦੇ ਆ, ਮੈਂਸਸ ਠੀਕ ਨਹੀਂ ਆਉਂਦੇ, ਅੰਡਾ ਨਾ ਬਣਨਾ ਜਾਂ ਸਮੇਂ ਤੇ ਨਾ ਫੁੱਟਣਾ। ਐਜੋਸਪਰਮੀਆ ਜਿਹੜੀ ਬਿਮਾਰੀ ਆ ਕਹਿੰਦੇ ਮਰਦਾਂ ਦੇ ਵਿੱਚ ਪਾਈ ਜਾਂਦੀ, ਵੀਰਸ ਨਹੀਂ ਬਣਦਾ। ਸੋ ਕੀ ਕਹਿਣਾ ਚਾਹੋਗੇ ਬਿਮਾਰੀ ਦੇ ਕੀ ਲੱਛਣ ਹੁੰਦੇ ਆ? कि दूसरियां पैथियां विच इहदा इलाज बिल्कुल नहीं है, पर निरोग काया आयुर्वैदिक सेंटर इस गल लई तुहानूं भरोसा दिंदा है कि जिन्हां दे सीमन स्पर्म बिल्कुल निल है, एजोस्पर्मिया दी प्रॉब्लम है, आयुर्वैदिक सेंटर विच इलाज है, बिल्कुल ठीक हो सकदे हैं। शरीर दे होर भी किसी हिस्से विच गंढ रसौली है, अंडेदानी विच या बच्चेदानी विच रसौली है, जिस तरह थायराइड है, कैंसर है, बवासीर है, इन्हां दा इलाज भी ऑपरेशन है। पर बिल्कुल घबराने की जरूरत नहीं, बिना ऑपरेशन तो इलाज है। जिस तरह लिवर फैटी है, आजकल लोग मेरे को लिवर फैटी वाले पेशेंट्स आते हैं, कहते जी लिवर फैटी है, बड़ा लाइटली लेंदे ने। जिन्हां दा लिवर 25 ਤੋਂ 30% काम करता है, 40% काम करता है, वो भी साडे कोल पेशेंट ठीक होए। अज उन्हां दा लिवर 60 ਤੋਂ 70% ठीक है। ਕਹਿੰਦੇ ਕਿ ਆਪਰੇਸ਼ਨ ਦੇ ਨਾਲ ਇਹਨਾਂ ਦਾ ਇਲਾਜ ਹੁੰਦਾ ਬਿਮਾਰੀਆਂ ਦੇ ਨਾਲ, ਪਰ ਤੁਸੀਂ ਕਹਿੰਦੇ ਕਿ ਬਿਨਾਂ ਆਪਰੇਸ਼ਨ ਤੋਂ ਇਲਾਜ ਹੋ। मैं नहीं कह रहा, ਜਿਹੜੇ ਸਾਡੇ ਰਿਸ਼ੀ ਮੁਨੀਆਂ ਦੇ ਲਿਖਿਆ ਇਹ ਗ੍ਰੰਥ ਹੈ ਉਹਨਾਂ ਵਿੱਚ ਜੋ ਆਯੁਰਵੈਦਿਕ ਨੁਸਖੇ ਲਿਖੇ ਹੈ, ਮੈਂ ਉਹਨਾਂ ਦੇ ਬਿਹਾਫ ਤੇ, ਉਹਨਾਂ ਦੇ ਆਧਾਰ ਤੇ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਮਰੀਜ਼ ਦੀ ਸਹੀ ਬਿਮਾਰੀ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਆਪਾਂ ਉਹਦੀ ਸਹੀ ਡਾਇਗਨੋਸ ਕਰ ਲੈਂਦੇ ਹਾਂ ਕਿ ਉਹਨੂੰ ਕਿਹੜੀ ਦਵਾਈ ਦੀ ਜ਼ਰੂਰਤ ਹੈ। ਤੇ ਮੈਂ ਦਾਅਵੇ ਨਾਲ ਕਹਿ ਸਕਦਾ, ਭਰੋਸੇ ਨਾਲ ਕਹਿ ਸਕਦਾ ਉਹ ਗ੍ਰੰਥਾਂ ਦੇ ਆਧਾਰ ਤੇ ਕਿ ਮਰੀਜ਼ ਬਿਲਕੁਲ ਠੀਕ ਹੋ ਸਕਦਾ ਹੈ, ਆਪਰੇਸ਼ਨ ਤੋਂ ਬਚ ਸਕਦਾ ਹੈ। ਤੁਸੀਂ ਵੀ ਦਾਵਾ ਕਰ ਰਹੇ ਹੋ, ਬਹੁਤ ਸਾਰੇ ਹੋਰ ਵੀ ਵੈਦ ਆ ਜਿਹੜੇ ਕਹਿੰਦੇ ਆ ਕਿ ਪੂਰਾ ਦਾਵਾ ਕਰਦੇ ਕਿ ਸਾਡੇ ਕੋਲ ਆਓ, ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਕੀਤੀਆਂ। ਤੁਸੀਂ ਕਿਸ ਬਿਹਾਫ ਤੇ ਜਿਹੜਾ ਪੂਰਾ ਗਰੰਟੀ ਦੇ ਨਾਲ ਦਾਵਾ ਕਰ ਰਹੇ ਹੋ? ਲੋਕ ਮੋਸਟਲੀ ਜਿਹੜੀਆਂ ਮੈਡੀਸਿਨਸ ਨੇ ਉਹ ਬਾਹਰੋਂ ਪਰਚੇਸ ਕਰਦੇ ਆ, ਉਹਨਾਂ ਭਰੋਸਾ ਨਹੀਂ ਕੀਤਾ ਜਾ ਸਕਦਾ। 80% ਦਵਾਈਆਂ ਜਿਹੜੀਆਂ ਖੁਦ ਬਣਾਉਂਦੇ ਆ ਤਾਂ ਸਾਨੂੰ ਭਰੋਸਾ ਹੈ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਮੈਂ ਹਸਨੈਨਾ। ਅੱਜ ਕੱਲ ਜੇ ਗੱਲ ਕਰੀਏ ਲੋਕ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇੰਨੇ ਕੁ ਵਿਅਸਤ ਹੋ ਚੁੱਕੇ ਨੇ ਕਿ ਆਪਣੀ ਸਿਹਤ ਦੇ ਵੱਲ ਧਿਆਨ ਨਹੀਂ ਦੇ ਪਾਉਂਦੇ। ਕਈ ਬਿਮਾਰੀਆਂ ਦੇ ਨਾਲ ਜਕੜੇ ਰਹਿੰਦੇ ਨੇ, ਹਸਪਤਾਲਾਂ ਦੇ ਵੀ ਕਈ ਵਾਰ ਚੱਕਰ ਕੱਟਦੇ ਨੇ, ਪਰ ਉਹਨਾਂ ਦੀ ਬਿਮਾਰੀਆਂ ਦਾ ਸਹੀ ਢੰਗ ਦੇ ਨਾਲ ਇਲਾਜ ਨਹੀਂ ਹੋ ਪਾਉਂਦਾ। ਪਰ ਅੱਜ ਤੁਹਾਡੀਆਂ ਸਾਰੀਆਂ ਚਿੰਤਾਵਾਂ ਦੂਰ ਕੀਤੀਆਂ ਜਾਣਗੀਆਂ ਕਿਉਂਕਿ ਅੱਜ ਅਸੀਂ ਪਹੁੰਚੇ ਹਾਂ ਨਿਰੋਗ ਕਾਇਆ ਆਯੁਰਵੈਦ ਸੈਂਟਰ ਦੇ ਵਿੱਚ ਪਹੁੰਚੇ ਹਾਂ, ਜਿੱਥੇ ਤੁਹਾਡੀਆਂ ਬਿਮਾਰੀਆਂ ਦਾ ਜ਼ਰੂਰ ਜਿਹੜਾ ਇਲਾਜ ਕੀਤਾ ਜਾਵੇਗਾ। ਸਾਡੇ ਨਾਲ ਮਾਹਰ ਡਾਕਟਰ ਦੀਪਕ ਕੋਚਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਸਵਾਗਤ ਕਰਦੇ ਹਾਂ। ਥੈਂਕ ਯੂ ਜੀ। ਆਯੁਰਵੈਦ ਸੈਂਟਰ ਦੇ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਸਰ ਕੀਤਾ ਜਾਂਦਾ ਹੈ?
ਮੈਂ ਦੱਸਣਾ ਚਾਹੂੰਗਾ ਕਿ ਨਿਰੋਗ ਕਾਇਆ ਆਯੁਰਵੈਦਿਕ ਸੈਂਟਰ ਲੁਧਿਆਣਾ ਵਿੱਚ ਪਹਿਲੀ ਗੱਲ ਤਾਂ ਕੁਆਲੀਫਾਈਡ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾਂਦਾ ਹੈ। ਜਿੱਥੋਂ ਤੱਕ ਤੁਸੀਂ ਕੁਐਸਚਨ ਕੀਤਾ ਹੈ ਕਿ ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ, ਇੱਥੇ ਮੈਂ ਦੱਸਣਾ ਚਾਹੂੰਗਾ ਉਹ ਬਿਮਾਰੀਆਂ ਜਿਹੜੀਆਂ ਕ੍ਰੋਨਿਕ ਡਿਜ਼ੀਜ਼ ਨੇ, ਲਾ ਇਲਾਜ ਬਿਮਾਰੀਆਂ, ਗੰਭੀਰ ਬਿਮਾਰੀਆਂ, ਜਿੱਥੇ ਮਰੀਜ਼ ਕਈ ਵਾਰੀ ਇਹ ਕਹਿੰਦਾ ਮੈਂ ਥੱਕ ਗਿਆ, ਮੈਂ ਟੁੱਟ ਗਿਆ, ਹੁਣ ਮੇਰਾ ਬਿਮਾਰੀ ਦਾ ਇਲਾਜ ਨਹੀਂ ਹੈ, ਜਾਂ ਉਹਦੇ ਉੱਪਰਲੇ ਘਰ ਦੇ ਵੀ ਕਹਿੰਦੇ ਆ ਕਿ ਹੁਣ ਬਸ ਜਿਹੜੀ ਹੈ ਉਹ ਸੇਵਾ ਹੀ ਹੈ। ਮੈਂ ਇੱਥੇ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੂੰਗਾ ਕਿ ਮਰੀਜ਼ ਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ, ਡਰਨ ਦੀ ਲੋੜ ਨਹੀਂ। ਆਯੁਰਵੈਦਿਕ ਪੈਥੀ ਵਿੱਚ ਉਹ ਬਿਮਾਰੀਆਂ ਦਾ ਇਲਾਜ ਹੈ ਜਿੱਥੇ ਬਿਲਕੁਲ ਮਰੀਜ਼ ਕਹਿੰਦਾ ਹੈ ਕਿ ਹੁਣ ਮੇਰਾ ਇਲਾਜ ਨਹੀਂ ਹੈ, ਮੈਂ ਠੀਕ ਨਹੀਂ ਹੋ ਸਕਦਾ। ਔਰ ਦੂਸਰੇ ਪਾਸੇ ਜਿੱਥੋਂ ਤੱਕ ਬਿਮਾਰੀਆਂ ਦੀ ਲਿਸਟ ਦੀ ਗੱਲ ਹੈ, ਜੇ ਉਹ ਫਰਿਸਟ ਬਣਾਈਏ ਤਾਂ ਬਹੁਤ ਲੰਬੀ ਹੋ ਜੂਗੀ। ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਇਸ ਪੈਥੀ ਵਿੱਚ, ਆਯੁਰਵੈਦਿਕ ਵਿੱਚ ਉਹ ਬਿਮਾਰੀਆਂ ਦਾ ਇਲਾਜ ਹੈ ਜਿੱਥੇ ਮਰੀਜ਼ ਕਹਿੰਦਾ ਕਿ ਹੁਣ ਇਹਦਾ ਇਲਾਜ ਨਹੀਂ ਹੈ। ਤਕਰੀਬਨ ਲਗਭਗ ਹਰੇਕ ਬਿਮਾਰੀ ਦਾ ਇਲਾਜ ਹੈ, ਪਰ ਵੱਡੀ ਗੱਲ ਹੈ ਕਿ ਉਹਦੇ ਵਿੱਚ ਡਾਇਗਨੋਜ਼ ਹੋਣਾ ਜ਼ਰੂਰੀ ਹੈ ਕਿ ਕੀ ਬਿਮਾਰੀ ਹੈ। ਇੱਥੇ ਮੈਂ ਦੱਸਣਾ ਚਾਹੂੰਗਾ ਕਿ ਜਦੋਂ ਬਿਮਾਰੀਆਂ ਦੀ ਆਪਾਂ ਲਿਸਟ ਬਣਾਈਏ ਤਾਂ ਬਹੁਤ ਲੰਬੀ ਹੋ ਜੂਗੀ। ਮੋਟੇ ਤੌਰ ਤੇ ਦੱਸਣਾ ਚਾਹੂੰਗਾ ਮੈਂ ਤੁਹਾਨੂੰ, ਜਿਸ ਤਰ੍ਹਾਂ ਲਿਵਰ ਦੇ ਰੋਗ ਨੇ, ਪੇਟ ਦੇ ਰੋਗ ਨੇ, ਕੈਂਸਰ ਹੈ, थायराइड है, संग्रहणी है, पीसीओएस की बीमारी है, पीसीओडी है, बांझपन है, मर्दाना कमजोरी है, शरीरक कमजोरी है, दिमागी कमजोरी है, जोड़ों का दर्द है, गठिया है, इस तो इलावा पाइल्स है, बवासीर है, इहदियां अनेकां पगंदर है, ऐसियां अनेकां बीमारियां जिहदा आयुर्वेदिक विच इलाज है। जी, ਆਪਾਂ ਬਿਮਾਰੀਆਂ ਤੋਂ ਪਹਿਲਾਂ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਪੁੱਛ ਲੈਂਦੀ ਹਾਂ ਕਿਉਂਕਿ ਬਹੁਤ ਸਾਰੇ ਵੀਡੀਓ ਦੇਖਣਗੇ ਲੋਕ ਵੀ, ਬਹੁਤ ਸਾਰੇ ਲੋਕਾਂ ਨੇ ਤੁਹਾਡੇ ਕੋਲ ਆਉਣਾ, ਭਰੋਸਾ ਕਰਕੇ ਆਉਣਾ। ਪਹਿਲਾਂ ਤੁਸੀਂ ਇਹ ਦੱਸੋ ਕਿ ਇਸ ਫੀਲਡ ਦੇ ਵਿੱਚ ਕਿੰਨਾ ਕੁ ਤਜਰਬਾ, ਤੁਹਾਨੂੰ ਕਿੰਨੇ ਸਮੇਂ ਤੋਂ ਆਯੁਰਵੇਦ ਦੇ ਨਾਲ ਜੁੜੇ ਹੋਏ ਹੋ? ਬਹੁਤ ਤੁਸੀਂ ਅੱਛਾ ਪੁੱਛਿਆ। ਸਾਡੀ 4th ਜਨਰੇਸ਼ਨ ਜਿਹੜੀ ਹੈ ਆਯੁਰਵੈਦਿਕ ਵਿੱਚ ਕੰਮ ਕਰ ਰਹੀ ਹੈ। ਇਹ ਆਯੁਰਵੈਦਿਕ ਟ੍ਰੀਟਮੈਂਟ ਦੇ ਜਿਹੜਾ ਸਾਡਾ ਹੈ ਐਕਸਪੀਰੀਅੰਸ ਹੈ, ਮੇਰਾ ਤਕਰੀਬਨ 45 ਸਾਲ ਪੁਰਾਣਾ ਐਕਸਪੀਰੀਅੰਸ ਹੈ, ਔਰ ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੀ 4th ਜਨਰੇਸ਼ਨ ਵੀ ਇਹਦੇ ਵਿੱਚ ਕੰਮ ਕਰ ਰਹੀ ਹੈ। ਜੀ ਜੇ ਗੱਲ ਕਰੀਏ, ਕਹਿੰਦੇ ਕਿ ਆਪਰੇਸ਼ਨ ਦੇ ਨਾਲ ਹੀ ਇਹਨਾਂ ਦਾ ਇਲਾਜ ਹੁੰਦਾ ਬਿਮਾਰੀਆਂ ਦੇ ਨਾਲ, ਪਰ ਤੁਸੀਂ ਕਹਿੰਦੇ ਕਿ ਬਿਨਾਂ ਆਪਰੇਸ਼ਨ ਤੋਂ ਇਲਾਜ ਹੋ ਸਕਦਾ। ਬਿਲਕੁਲ ਸਹੀ ਮੈਂ ਕਹਿ ਰਿਹਾ, ਮੈਂ ਕੋਈ ਗਲਤ ਨਹੀਂ ਕਹਿ ਰਿਹਾ। ਮੈਂ ਨਹੀਂ ਕਹਿ ਰਿਹਾ, ਜਿਹੜੇ ਸਾਡੇ ਰਿਸ਼ੀ ਮੁਨੀਆਂ ਦੇ ਲਿਖੇ ਹੋਏ ਗ੍ਰੰਥ ਹੈ ਉਹਨਾਂ ਵਿੱਚ ਜੋ ਆਯੁਰਵੈਦਿਕ ਨੁਸਖੇ ਲਿਖੇ ਹੈ, ਮੈਂ ਉਹਨਾਂ ਦੇ ਬਿਹਾਫ ਤੇ, ਉਹਨਾਂ ਦੇ ਆਧਾਰ ਤੇ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿ ਸਕਦਾ ਕਿ ਅਗਰ ਮਰੀਜ਼ ਦੀ ਸਹੀ ਡਾਇਗਨੋਜ਼ ਹੋ ਜਾਂਦੀ ਹੈ, ਮਰੀਜ਼ ਦੀ ਸਹੀ ਬਿਮਾਰੀ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਆਪਾਂ ਉਹਦੀ ਸਹੀ ਡਾਇਗਨੋਜ਼ ਕਰ ਲੈਂਦੇ ਹਾਂ ਕਿ ਉਹਨੂੰ ਕਿਹੜੀ ਦਵਾਈ ਦੀ ਜ਼ਰੂਰਤ ਹੈ, ਤੇ ਮੈਂ ਦਾਅਵੇ ਨਾਲ ਕਹਿ ਸਕਦਾ, ਭਰੋਸੇ ਨਾਲ ਕਹਿ ਸਕਦਾ ਉਹ ਗ੍ਰੰਥਾਂ ਦੇ ਆਧਾਰ ਤੇ ਕਿ ਮਰੀਜ਼ ਬਿਲਕੁਲ ਠੀਕ ਹੋ ਸਕਦਾ ਹੈ, ਆਪਰੇਸ਼ਨ ਤੋਂ ਬਚ ਸਕਦਾ ਹੈ, ਆਪਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ, ਦਵਾਈਆਂ ਨਾਲ ਠੀਕ ਹੋ ਸਕਦਾ। ਜੀ, ਤੁਸੀਂ ਵੀ ਦਾਅਵਾ ਕਰ ਰਹੇ ਹੋ, ਬਹੁਤ ਸਾਰੇ ਹੋਰ ਵੀ ਵੈਦ ਆ ਜਿਹੜੇ ਕਹਿੰਦੇ ਆ ਕਿ ਪੂਰਾ ਦਾਅਵਾ ਕਰਦੇ ਕਿ ਸਾਡੇ ਕੋਲ ਆਓ, ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਕੀਤੀਆਂ। ਤੁਸੀਂ ਕਿਸ ਬਿਹਾਫ ਤੇ ਜਿਹੜਾ ਪੂਰਾ ਗਰੰਟੀ ਦੇ ਨਾਲ ਦਾਅਵਾ ਕਰ ਰਹੇ ਹੋ? ਦੇਖੋ, ਜਿਹੜਾ ਗਰੰਟੀ ਵਾਲਾ ਲਫ਼ਜ਼ ਨਹੀਂ ਮੈਂ ਕਹਿ ਰਿਹਾ, ਮੈਂ ਆਪਣੇ ਆਪ ਤੇ ਆਤਮ ਵਿਸ਼ਵਾਸ ਹੈ ਮੈਨੂੰ। ਕਿਉਂ ਹੈ ਮੈਂ ਦੱਸਣਾ ਚਾਹੂੰਗਾ। ਲੋਕ ਮੋਸਟਲੀ ਜਿਹੜੀਆਂ ਮੈਡੀਸਿਨਸ ਨੇ ਉਹ ਬਾਹਰੋਂ ਪਰਚੇਸ ਕਰਦੇ ਆ, ਉਹਨਾਂ ਭਰੋਸਾ ਨਹੀਂ ਕੀਤਾ ਜਾ ਸਕਦਾ। ਜਿੰਨੀਆਂ ਅਸੀਂ ਆਪਣੇ ਕਲੀਨਿਕ ਦੇ ਵਿੱਚ ਮੈਡੀਸਨ ਸੈਂਟਰ ਵਿੱਚ ਯੂਜ਼ ਕਰਦੇ ਆ, ਅਸੀਂ ਉਹਦੇ ਵਿੱਚ ਤਕਰੀਬਨ 80% ਮੈਡੀਸਨ, 80% ਦਵਾਈਆਂ ਜਿਹੜੀਆਂ ਖੁਦ ਬਣਾਉਂਦੇ ਆ, ਤਾਂ ਸਾਨੂੰ ਭਰੋਸਾ ਹੈ। ਕਿਉਂਕਿ ਜਿਹੜੀ ਚੀਜ਼ ਤੁਸੀਂ ਖੁਦ ਬਣਾਓਗੇ ਤੁਹਾਨੂੰ ਵਿਸ਼ਵਾਸ ਹੋਏਗਾ ਕਿ ਇਹਦੇ ਵਿੱਚ ਮੈਂ ਚੀਜ਼ਾਂ ਪਾਈਆਂ, ਇਹਦੀ ਕੁਆਲਿਟੀ ਬੈਟਰ ਹੈ। ਉਹ ਜੇ ਕੁਆਲਿਟੀ ਅੱਛੀ ਹੈ, ਡਾਇਗਨੋਜ਼ ਅੱਛੀ ਹੈ, ਮਰੀਜ਼ ਦੀ ਤੁਸੀਂ ਸਹੀ ਜਾਂਚ ਕਰ ਲਈ, ਸਹੀ ਦਵਾਈ ਦਿੱਤੀ ਹੈ, ਤਾਂ ਫਿਰ ਠੀਕ ਵੀ ਹੋਏਗਾ। ਜੀ ਡਾਕਟਰ ਸਾਹਿਬ, ਇੱਕ ਹੋਰ ਬਿਮਾਰੀ ਨਾਲ ਲੋਕ ਅਕਸਰ ਹੀ ਪੀੜਤ ਰਹਿੰਦੇ, ਸੰਗ੍ਰਹਿਣੀ ਜਿਹੜਾ ਰੋਗ ਹੈ, ਇਹਨੂੰ IBS ਵੀ ਕਹਿੰਦੇ ਆ, ਤੇ ਲੋਕ ਇਸੇ ਚੱਕਰ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਾਂਦੇ ਪਰ ਉਹਨਾਂ ਨੂੰ ਇਲਾਜ ਨਹੀਂ ਹੋ ਪਾਉਂਦਾ ਸਹੀ ਢੰਗ ਦੇ ਨਾਲ। ਕੀ ਕਹਿਣਾ ਚਾਹੋਗੇ? ਥੋੜੀ ਜਾਣਕਾਰੀ ਇਸ ਰੋਗ ਬਾਰੇ ਦਿਓ ਪਹਿਲਾਂ। ਦੇਖੋ, ਜਿੱਥੋਂ ਤੱਕ ਸੰਗ੍ਰਹਿਣੀ ਰੋਗ ਦੀ ਗੱਲ ਹੈ, ਅੱਜ ਕੱਲ ਬਹੁਤ ਜ਼ਿਆਦਾ ਇਹ ਮਰੀਜ਼ਾਂ ਦੀ ਗਿਣਤੀ ਜਿਹੜੀ ਹੈ ਵੱਧ ਰਹੀ ਹੈ। ਇਹਨੂੰ IBS, ਇਰੀਟੇਬਲ ਬਾਊਲ ਸਿੰਡਰੋਮ ਕਹਿੰਦੇ ਆ। ਆਮ ਲੋਕਾਂ ਦੀ ਇਹ ਵੀ ਧਾਰਨਾ ਹੈ ਕਿ ਦੋ ਲਫ਼ਜ਼ਾਂ ਨਾਲ ਇਹ ਸੰਗ੍ਰਹਿਣੀ ਦਾ ਜਿਹੜਾ ਬਣਿਆ ਨਾਮ ਸੰਗ ਰਹਿਣੀ, ਵੀ ਹਮੇਸ਼ਾ ਜ਼ਿੰਦਗੀ ਦੇ ਨਾਲ ਹੀ ਬਿਮਾਰੀ ਰਹਿੰਦੀ ਹੈ, ਇਹ ਬਿਮਾਰੀ ਦੂਰ ਨਹੀਂ ਹੁੰਦੀ। ਪਰ ਮੈਂ ਇੱਥੇ ਦੱਸਣਾ ਚਾਹੂੰਗਾ, ਨਿਰੋਗ ਕਾਇਆ ਆਯੁਰਵੈਦਿਕ ਸੈਂਟਰ ਲੁਧਿਆਣਾ ਵਿੱਚ ਇਹਦਾ ਇਲਾਜ ਹੈ। ਅਗਰ ਮਰੀਜ਼ ਪਰਹੇਜ਼ ਕਰਦਾ ਹੈ, ਸਾਡੀ ਦਵਾਈ ਟਾਈਮ ਤੇ ਖਾਂਦਾ ਹੈ, ਤੇ ਥੋੜੇ ਸਮੇਂ ਵਿੱਚ ਹੀ ਮੈਂ ਦੱਸਣਾ ਚਾਹੂੰਗਾ ਮਰੀਜ਼ ਬਿਲਕੁਲ ਠੀਕ ਹੋ ਜਾਂਦਾ ਹੈ, ਆਪਣੀ ਨਾਰਮਲ ਜ਼ਿੰਦਗੀ ਜੀ ਸਕਦਾ ਹੈ, ਆਮ ਲੋਕਾਂ ਦੀ ਤਰ੍ਹਾਂ ਆਪਣਾ ਖਾਣ ਪਾਣ ਉਹ ਰੱਖ ਸਕਦਾ ਹੈ। ਪਰ ਲੇਕਿਨ ਇਹਦੇ ਲਈ ਇਲਾਜ ਥੋੜਾ ਜਿਹਾ ਸਮਾਂ ਲੱਗਦਾ ਹੈ, ਟਾਈਮ ਲੱਗਦਾ ਹੈ, ਪਰ ਮਰੀਜ਼ ਇਹ ਨਹੀਂ ਕਿ ਠੀਕ ਨਹੀਂ ਹੋ ਸਕਦਾ। ਬਹੁਤ ਸਾਰੇ ਮਰੀਜ਼ ਜਿਹੜੇ ਨਿਰਾਸ਼ ਸੀ, ਬਹੁਤ ਲੰਬੇ ਸਮੇਂ ਤੋਂ ਪੀੜਤ ਸੀ, 10-10 ਸਾਲ ਹੋ ਗਏ ਸੀ ਜਿਨ੍ਹਾਂ ਨੂੰ ਸੰਗ੍ਰਹਿਣੀ ਰੋਗ ਸੀ, ਅੱਜ ਬਿਲਕੁਲ ਠੀਕ ਹੈ, ਨਾਰਮਲ ਲਾਈਫ ਜੀ ਰਹੇ ਨੇ। ਜੀ, ਕਿੰਨੇ ਕੁ ਫਿਰ ਵੀ ਆਪਾਂ ਕਹਿ ਸਕਦੇ ਕਿੰਨੇ ਕੁ ਪੇਸ਼ੈਂਟ ਆ ਚੁੱਕੇ ਇਸ ਰੋਗ ਨਾਲ ਪੀੜਤ? ਅਨੇਕਾਂ ਪੇਸ਼ੈਂਟ ਆ ਚੁੱਕੇ ਆ ਸਾਡੇ ਕੋਲ। ਜਿਹੜੀ ਇਹਦੀ ਪੇਸ਼ੈਂਟ ਠੀਕ ਹੋਣ ਦੀ ਰੇਸ਼ੋ ਹੈ ਉਹ 80%
80% ਦੇ ਕਰੀਬ ਸਾਡੇ 80% ਜਿਹੜੇ ਮਰੀਜ਼ ਆ ਉਹ ਠੀਕ ਹੋ ਰਹੇ ਆ। ਜੀ, ਕਾਰਨ ਕੀ ਹੁੰਦੇ ਆ, ਲੱਛਣ ਇਹਦੇ ਰੋਗ ਦੇ ਕੀ ਹੁੰਦੇ, ਤਾਂ ਜੋ ਲੋਕਾਂ ਨੂੰ ਪਤਾ ਲੱਗੇ ਅਗਰ ਉਹ ਇਸ ਬਿਮਾਰੀ ਨਾਲ ਪੀੜਤ ਹੈ ਤੇ ਆ ਕੇ ਆਪਣਾ ਇਲਾਜ ਕਰਵਾ ਸਕਣ? ਕਾਰਨ ਇਹਦਾ ਜਿਹੜਾ ਹੈ ਕਿ ਸਾਫ਼ ਸੁਥਰਾ ਖਾਣਾ ਨਾ ਖਾਣਾ, ਸਾਫ਼ ਸੁਥਰਾ ਪਾਣੀ ਨਾ ਪੀਣਾ, ਬਾਸੀ ਭੋਜਨ ਖਾਣਾ, ਜੰਕ ਫੂਡ, ਫਾਸਟ ਫੂਡ, ਬਾਜ਼ਾਰ ਦੀਆਂ ਚੀਜ਼ਾਂ ਖਾਣੀਆਂ, ਮਿਰਚ ਮਸਾਲੇ ਵਾਲੇ ਜ਼ਿਆਦਾ ਖਾਣੇ, ਇਹਦਾ ਮੇਨ ਕਾਰਨ ਜਿਹੜਾ ਹੈ ਉਹ ਸਫਾਈ ਜਿਹੜੀ ਨਾ ਹੋਣਾ, ਸਾਫ਼ ਭੋਜਨ ਜਿਹੜਾ ਨਾ ਲੈਣਾ, ਸਾਫ਼ ਪਾਣੀ ਨਾ ਪੀਣਾ, ਇਹਦਾ ਜਿਹੜਾ ਸੰਗ੍ਰਹਿਣੀ ਰੋਗ ਦਾ ਮੇਨ ਕਾਰਨ ਹੈ। ਜੀ, ਇਹਦੇ ਰੋਗ ਬਾਰੇ ਹੋਰ ਤੁਹਾਡਾ ਕੀ ਕਹਿਣਾ ਤਾਂ ਜੋ ਬਰੀਫ ਤਰੀਕੇ ਦੇ ਨਾਲ ਲੋਕਾਂ ਤੱਕ ਇਹ ਗੱਲ ਪਹੁੰਚ ਸਕੇ? ਸੰਗ੍ਰਹਿਣੀ ਰੋਗ ਦੀ ਜਿੱਥੋਂ ਦੀ ਗੱਲ ਹੈ, ਇਹਦੇ ਵਿੱਚ ਸ਼ੁਰੂ 'ਚ ਮਰੀਜ਼ ਨੂੰ ਪਤਾ ਹੀ ਨਹੀਂ ਲੱਗਦਾ, ਪੇਟ ਗੈਸ ਹੈ, ਪੇਟ ਦਰਦ ਹੈ, ਕਿਤੇ ਕਬਜ਼ ਹੋ ਗਈ, ਕਿਤੇ ਜ਼ਿਆਦਾ ਸਟੂਲ ਪਾਸ ਕਰਨਾ ਪਿਆ, ਟਾਇਲਟ ਜ਼ਿਆਦਾ ਜਾਣਾ ਪਿਆ, ਪਹਿਲਾਂ ਪਤਾ ਹੀ ਨਹੀਂ ਲੱਗਦਾ। ਜਦੋਂ ਇਹ ਗੰਭੀਰ ਬਿਮਾਰੀ ਰੋਗ ਧਾਰਨ ਕਰ ਲੈਂਦੀ ਹੈ ਫਿਰ ਮਰੀਜ਼ ਨੂੰ ਪਤਾ ਲੱਗਦਾ ਹੈ ਕੀ ਹੈ ਕਿ ਜਿਹੜਾ ਅਮੀਬਾ ਹੈ ਸਾਡੀ ਧਰਤੀ ਦਾ ਪਹਿਲਾ ਕੋਸ਼ਕੀय ਜੀਵ ਹੈ। ਹੁੰਦਾ ਕੀ ਹੈ, ਮੂੰਹ ਰਾਹੀਂ ਜਾਂਦਾ ਹੈ। ਜਦੋਂ ਇਹ ਮੂੰਹ ਰਾਹੀਂ ਜਾਂਦਾ ਹੈ, ਇਹ ਅਮਾਸ਼ਯ ਦਾ ਜਿਹੜਾ ਸਾਡਾ ਪਿੱਤ ਹੈ ਔਰ ਲਿਵਰ ਦੀ ਜਿਹੜੀ ਗਰਮੀ ਹੈ ਉਹਦੇ ਤੇਜ਼ਾਬ ਤੋਂ ਬਚ ਕੇ, ਜਿਹੜਾ ਕਮਜ਼ੋਰ ਬੈਕਟੀਰੀਆ ਹੈ ਉਹਦੇ ਤੋਂ ਬਚ ਕੇ ਇਹ ਆਂਤੜੀਆਂ ਦੀਆਂ ਦੀਵਾਰਾਂ 'ਚ ਛਿਪ ਜਾਂਦਾ ਹੈ। ਜਦੋਂ ਉਹਦੇ ਵਿੱਚ ਚਲਾ ਜਾਂਦਾ ਹੈ, ਉਹਦੇ ਵਿੱਚ ਇਹਦੀ ਗਿਣਤੀ ਜਿਹੜੀ ਹੈ ਉੱਥੇ ਜਾ ਕੇ ਆਪਣੀ ਸੰਖਿਆ, ਆਪਣੀ ਗਿਣਤੀ ਬਹੁਤ ਜ਼ਿਆਦਾ ਵਧਾ ਲੈਂਦਾ ਹੈ। ਜਦੋਂ ਇਹਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਇਹ ਆਂਤੜੀਆਂ ਨੂੰ ਕਮਜ਼ੋਰ ਕਰ ਦਿੰਦਾ ਹੈ, ਉਹਦੇ ਵਿੱਚ ਆਂਤੜੀਆਂ ਦੇ ਵਿੱਚ ਰੋਗ ਪੈਦਾ ਕਰ ਦਿੰਦਾ ਹੈ। ਉਸ ਰੋਗ ਦਾ ਨਾਂ ਸੰਗ੍ਰਹਿਣੀ ਹੈ, ਜਿਹਨੂੰ ਆਪਾਂ IBS ਕਹਿੰਦੇ ਹਾਂ, ਜਿਹਨੂੰ ਆਪਾਂ ਇਰੀਟੇਬਲ ਬਾਊਲ ਸਿੰਡਰੋਮ ਕਹਿੰਦੇ ਹਾਂ। ਜੀ, ਫਿਰ ਵੀ ਕਿੰਨੇ ਕੁ ਸਮੇਂ ਤੱਕ ਇਹ ਤੋਂ ਰਾਹਤ ਮਿਲ ਸਕਦੀ ਹੈ? ਰਾਹਤ ਨੇ ਦੱਸਿਆ ਕਿ ਘੱਟ ਤੋਂ ਘੱਟ ਇਹਨੂੰ 3 ਤੋਂ 6 ਮਹੀਨੇ ਦਾ ਇਹਦਾ ਇਲਾਜ ਹੈ। 3 ਤੋਂ 6 ਮਹੀਨੇ ਦੇ ਵਿੱਚ ਮਰੀਜ਼ ਅਗਰ ਪਰਹੇਜ਼ ਕਰਦਾ ਹੈ, ਦਵਾਈ ਲੈਂਦਾ ਹੈ ਤੇ ਬਿਲਕੁਲ ਠੀਕ ਹੋ ਸਕਦਾ ਹੈ। ਜੀ, ਤੁਸੀਂ ਕਿਹਾ ਕਿ ਚੰਗਾ ਨਾ ਖਾਣਾ ਪੀਣੇ ਦੇ ਨਾਲ ਵੀ ਹੁੰਦਾ ਹੈ, ਤੇ ਅੱਜ ਕੱਲ੍ਹ ਜੇ ਗੱਲ ਕਰੀਏ ਕਿ ਨੌਜਵਾਨ ਪੀੜ੍ਹੀ ਪੀਜੀ ਦੇ ਵਿੱਚ ਰਹਿੰਦੇ ਆ, ਕੰਮਕਾਰ ਦੇ ਵਿੱਚ ਦੂਸਰੇ ਜੋ ਮਤਲਬ ਜ਼ਿਲ੍ਹਿਆਂ ਦੇ ਵਿੱਚ ਜਾਂਦੇ ਆ, ਉੱਥੇ ਕੰਮ ਕਰਦੇ ਆ, ਤੇ ਪੀਜੀ ਦੇ ਵਿੱਚ ਰਹਿੰਦੇ, ਉਹਨਾਂ ਦਾ ਖਾਣ ਪੀਣ ਸਹੀ ਢੰਗ ਦੇ ਨਾਲ ਨਹੀਂ ਹੁੰਦਾ। ਕੀ ਉਹਨਾਂ ਨੌਜਵਾਨਾਂ ਨੂੰ ਕਹਿਣਾ ਚਾਹੋਗੇ? ਦੇਖੋ, ਬਿਲਕੁਲ ਤੁਸੀਂ ਗੱਲ ਸਹੀ ਕਹੀ ਹੈ। ਅੱਜ ਲਾਈਫ ਸਟਾਈਲ ਸਾਰਾ ਹੀ ਚੇਂਜ ਹੋ ਗਿਆ ਔਰ ਇਸ ਲਾਈਫ ਸਟਾਈਲ ਦੇ ਚੇਂਜ ਹੋਣ ਕਾਰਨ, ਸਾਡਾ ਖਾਣ ਪਾਣ ਚੇਂਜ ਹੋਣ ਕਾਰਨ ਮੇਨ ਬਿਮਾਰੀਆਂ ਦਾ ਕਾਰਨ ਜਿਹੜਾ ਇਹੀ ਹੈ। ਇੱਥੇ ਮੈਂ ਕਹੂੰਗਾ ਕਿ ਲੋਕਾਂ ਨੂੰ ਬਾਜ਼ਾਰ ਦਾ ਖਾਣਾ ਘੱਟ ਖਾਣਾ ਚਾਹੀਦਾ ਹੈ, ਘਰ ਦਾ ਖਾਣਾ ਖਾਣਾ ਚਾਹੀਦਾ ਹੈ, ਸਾਫ਼ ਸੁਥਰਾ ਖਾਣਾ ਚਾਹੀਦਾ ਹੈ, ਫਾਸਟ ਫੂਡ, ਜੰਕ ਫੂਡ ਤੋਂ ਸਾਨੂੰ ਬਚਣਾ ਚਾਹੀਦਾ ਹੈ। ਜ਼ਿਆਦਾ ਕੋਲਡ ਡਰਿੰਕ ਜਿਹੜਾ ਹੈ ਉਹ ਵੀ ਬਹੁਤ ਸਿਹਤ ਲਈ ਹਾਨੀਕਾਰਕ। ਸੋ ਤੁਸੀਂ ਇਹ ਤਾਂ ਕੀਤਾ ਕਿ ਕੀ ਖਾਣਾ ਚਾਹੀਦਾ, ਆਪਣਾ ਪ੍ਰੋਪਰ ਫੂਡ ਜਿਹੜਾ ਰੱਖਣਾ ਚਾਹੀਦਾ। ਇੱਕ ਵਾਰ ਦੱਸੋ ਕਿ ਇਹਦੇ ਸਿੰਪਟਮਸ ਕੀ ਆ, ਲੱਛਣ ਕੀ ਹੁੰਦੇ? ਹਾਂ, ਇਹਦੇ ਜਿਹੜੇ ਸਿੰਪਟਮ ਹੈ, ਦੇਖੋ ਇਹਦੇ ਵਿੱਚ ਕੀ ਹੁੰਦਾ ਹੈ, ਕਿਤੇ ਮਰੀਜ਼ ਨੂੰ ਕਬਜ਼ ਹੋ ਜਾਂਦੀ ਹੈ, ਕਿਤੇ ਦਸਤ ਲੱਗ ਜਾਂਦੇ ਹੈ ਔਰ ਕਿਤੇ ਪੇਟ ਦਰਦ ਹੁੰਦਾ ਹੈ, ਕਿਤੇ ਤੇਜ਼ਾਬ ਬਣਦਾ ਹੈ, ਕਿਤੇ ਖਾਣਾ ਹਜ਼ਮ ਨਹੀਂ ਹੋਇਆ, ਕਿਤੇ ਗੈਸ ਬਣ ਗਈ। ਔਰ ਜਿਹੜਾ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਜਦੋਂ ਮਰੀਜ਼ ਕੋਈ ਵੀ ਚੀਜ਼ ਖਾਂਦਾ ਹੈ, ਚਾਹੇ ਖਾਣਾ ਖਾਂਦਾ ਚਾਹੇ ਪਾਣੀ ਪੀਂਦਾ, ਉਹਨੂੰ ਉਸੇ ਵੇਲੇ ਜਿਹੜੀ ਟਾਇਲਟ ਜਾਣ ਦੀ ਹਾਜਤ ਹੁੰਦੀ ਹੈ। ਕਈ ਵਾਰੀ ਉਹਨੂੰ ਲੈਟਰਿਨ ਆਉਂਦੀ ਹੈ, ਕਈ ਵਾਰੀ ਨਹੀਂ ਵੀ ਆਉਂਦੀ। ਔਰ ਕਈ ਵਾਰੀ ਮਰੀਜ਼ ਕਹਿੰਦੇ ਸਾਨੂੰ ਰੇਸ਼ਾ ਆਉਂਦਾ, ਉਹ ਰੇਸ਼ਾ ਨਹੀਂ ਹੈ, ਉਹ ਮਿਊਕਸ ਹੈ। ਔਰ ਇਹਦੇ ਵਿੱਚ ਬਲੱਡ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਨਾਲ HB ਘਟ ਜਾਂਦਾ, ਹੋਮੀਓਗਲੋਬਿਨ ਘਟ ਜਾਂਦਾ, ਸੁਸਤੀ ਹੁੰਦੀ ਹੈ, ਕਮਜ਼ੋਰੀ ਹੁੰਦੀ ਹੈ, ਅਨੇਕਾਂ ਬਿਮਾਰੀਆਂ ਇਹਦੇ ਨਾਲ ਹੋਰ ਵੀ ਲੱਗ ਜਾਂਦੀਆਂ। ਜੀ, ਇਹਨਾਂ ਕਿਸਮਾਂ ਕਿੰਨੀਆਂ ਹੁੰਦੀਆਂ ਸੰਗ੍ਰਹਿਣੀ ਰੋਗ ਦੀਆਂ? ਹਾਂ, ਤੁਸੀਂ ਪੁੱਛਿਆ ਕਿੰਨੀਆਂ ਕਿਸਮਾਂ ਹੈ। ਇਹ 4 ਤਰ੍ਹਾਂ ਦੀਆਂ ਇਹਦੇ ਵਿੱਚ ਕਿਸਮਾਂ ਨੇ ਜਿਹੜੇ ਰੋਗ ਨੇ, ਜਿਹਦੇ ਵਿੱਚ ਮੋٹے ਤੌਰ ਤੇ ਮੈਂ ਦੱਸਣਾ ਚਾਹੂੰਗਾ ਵਾਤਿਜ਼, ਪਿਤਿਜ਼, ਕਫਜ਼। ਤਿੰਨਾਂ ਦੇ ਜਿਹੜੇ ਸਿੰਪਟਮ ਹੈ, ਲੱਛਣ ਹੈ, ਉਹ ਅਲੱਗ-ਅਲੱਗ ਹੈ। ਪਰ ਜਦੋਂ ਤਿੰਨਾਂ ਦੇ ਲੱਛਣ ਇਕੱਠੇ ਹੋ ਜਾਣ, ਉਹਨੂੰ ਸਨੀਪਾਤਿਜ਼ ਸੰਗ੍ਰਹਿਣੀ ਕਹਿੰਦੇ ਆ। ਇਸ ਕਰਕੇ ਇਹ ਤਕਰੀਬਨ 4 ਤਰ੍ਹਾਂ ਦਾ ਸੰਗ੍ਰਹਿਣੀ ਰੋਗ ਹੈ। ਜੀ, ਪ੍ਰੋਬਲਮਸ ਕੀ ਕ੍ਰੀਏਟ ਹੁੰਦੀਆਂ ਇਹਦੇ ਨਾਲ? ਨਹੀਂ, ਪ੍ਰੋਬਲਮ ਮੈਂ ਦੱਸਿਆ ਕਿ ਇਹਦੇ ਨਾਲ ਬਹੁਤ ਜ਼ਿਆਦਾ ਅੱਗੇ ਜਾ ਕੇ ਵੀਕਨੈਸ ਆਉਂਦੀ ਹੈ। ਇਹ ਆਟੋ ਇਮਿਊਨ ਜਿਹੜੀਆਂ ਪ੍ਰੋਬਲਮਸ ਨੇ, ਜਿਸ ਤਰ੍ਹਾਂ ਥਾਇਰਾਇਡ ਹੈ, ਜੋੜਾਂ ਦਾ ਦਰਦ ਹੈ, ਗਠੀਆ ਹੈ, ਇਸ ਤੋਂ ਇਲਾਵਾ ਸਰੀਰਕ ਕਮਜ਼ੋਰੀ ਆਉਂਦੀ ਹੈ, ਮਰਦਾਨਾ ਕਮਜ਼ੋਰੀ ਆਉਂਦੀ ਹੈ, ਬਲੱਡ ਪ੍ਰੈਸ਼ਰ ਵੀ ਹੋ ਜਾਂਦਾ ਹੈ, ਸ਼ੂਗਰ ਵੀ ਹੋ ਜਾਂਦੀ ਹੈ। ਔਰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ, ਇਹ ਨਾਲ ਜਿਹੜਾ ਇਮਿਊਨ ਸਿਸਟਮ ਹੈ, ਇਮਿਊਨਿਟੀ ਹੈ, ਉਹ ਕਮਜ਼ੋਰ ਹੋ ਜਾਂਦੀ ਹੈ। ਬਿਮਾਰੀਆਂ ਨਾਲ ਲੜਨ ਦੀ ਤਾਕਤ ਘਟ ਜਾਂਦੀ ਹੈ, ਰੋਗ ਪ੍ਰਤੀਰੋਧਕ ਸ਼ਕਤੀ ਘਟ ਜਾਂਦੀ ਹੈ। ਛੋਟੀ ਜੀ ਬਿਮਾਰੀ ਆਈ, ਦੂਜਿਆਂ ਨੂੰ ਉਹ 1 ਦਿਨ 'ਚ 2 ਦਿਨ 'ਚ ਠੀਕ ਹੋ ਜਾਊ। ਮੰਨ ਲਓ ਖਾਂਸੀ ਗਲਾ ਖਰਾਬ ਹੋਇਆ, ਇਹ ਪੇਸ਼ੈਂਟਸ ਨੂੰ ਕਾਫੀ ਦਿਨ ਲੱਗ ਜਾਂਦੇ ਆ। ਔਰ ਇਹਦੇ ਨਾਲ ਜਿਹੜੀ ਹੈ ਫਿਜ਼ੀਕਲੀ ਬੰਦਾ ਕਮਜ਼ੋਰ ਹੋ ਜਾਂਦਾ ਹੈ, ਜਿੱਥੇ ਦਿਮਾਗੀ ਕਮਜ਼ੋਰੀ ਵੀ ਹੋ ਜਾਂਦੀ ਹੈ, ਮਾਨਸਿਕ ਰੋਗ ਵੀ ਹੋ ਜਾਂਦੇ ਆ ਔਰ ਸੈਕਸ ਪੱਖੋਂ ਵੀ ਕਮਜ਼ੋਰ ਹੋ ਜਾਂਦਾ। ਜੀ, ਕਈ ਵਾਰੀ ਲੋਕ ਅਣਗਹਿਲੀ ਕਰਦੇ ਆਪਣਾ ਸਹੀ ਪ੍ਰੋਪਰ ਢੰਗ ਨਾਲ ਇਲਾਜ ਨਹੀਂ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਨੂੰ ਇਹ ਪ੍ਰੋਬਲਮਸ ਆ, ਪਰ ਡਾਕਟਰ ਦੇ ਕੋਲ ਜਾਂਦੇ ਨਹੀਂ ਇਲਾਜ ਕਰਵਾਉਣ। ਹਾਂ, ਇੱਥੇ ਬਿਲਕੁਲ ਦੇਖੋ, ਅਸੀਂ ਕੀ ਹੈ ਕਿ ਜਦੋਂ ਬੋਡੀ ਹੈ ਇੱਕ ਅਲਾਰਮ ਹੈ, ਜਦੋਂ ਤੁਹਾਨੂੰ ਕੁਝ ਨਾ ਕੁਝ ਪ੍ਰੋਬਲਮਸ ਆਉਂਦੀਆਂ, ਉਹ ਤੁਹਾਨੂੰ ਇੱਕ ਇਸ਼ਾਰਾ ਦਿੰਦੀ ਹੈ ਕਿ ਸਰੀਰ ਦੇ ਵਿੱਚ ਕੁਝ ਨਾ ਕੁਝ ਰੋਗ ਪੈਦਾ ਹੋ ਰਿਹਾ। ਸਾਨੂੰ ਬਿਲਕੁਲ ਟਾਈਮ ਤੇ ਜਾ ਕੇ ਮੌਕੇ ਤੇ ਹੀ ਇਸ ਬਿਮਾਰੀ ਦੀ ਪਕੜ ਕਰਨੀ ਚਾਹੀਦੀ ਹੈ। ਕੁਆਲੀਫਾਈਡ ਡਾਕਟਰ ਕੋਲ ਜਾਣਾ ਚਾਹੀਦਾ ਹੈ। ਔਰ ਮੈਂ ਇੱਥੇ ਗੱਲ ਕਹੂੰਗਾ ਕਿ
ਆਯੁਰਵੈਦਿਕ ਵਿੱਚ ਇਸ ਦਾ ਪੱਕਾ ਇਲਾਜ ਹੈ, ਦੂਸਰੀਆਂ ਪੈਥੀਆਂ ਵਿੱਚ ਟੈਂਪਰੇਰੀ ਇਲਾਜ ਹੈ। ਲੇਕਿਨ ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਆਯੁਰਵੈਦਿਕ ਗ੍ਰੰਥਾਂ ਦੇ ਆਧਾਰ ਤੇ, ਉਹਨਾਂ ਦੇ ਨੁਸਖਿਆਂ ਦੇ ਆਧਾਰ ਤੇ ਦੁਆਰਾ ਮੈਂ ਇਹ ਤੁਹਾਨੂੰ ਗੱਲ ਦੱਸਣ ਲੱਗਾ ਕਿ ਇਹ ਬਿਮਾਰੀ ਬਿਲਕੁਲ ਜੜ ਤੋਂ ਖਤਮ ਹੋ ਜਾਂਦੀ ਹੈ। ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਨਿਰੋਗ ਕਾਇਆ ਆਯੁਰਵੈਦਿਕ ਸੈਂਟਰ ਵਿੱਚ ਇਸ ਦਾ ਪੱਕਾ ਇਲਾਜ ਹੈ। ਤੁਹਾਨੂੰ ਆਮ ਤਰ੍ਹਾਂ ਦੀ ਜ਼ਿੰਦਗੀ ਤੁਸੀਂ ਜੀ ਸਕਦੇ ਆ। ਇਹਦੇ ਲਈ ਜਦੋਂ ਵੀ ਤੁਸੀਂ ਆਣਾ ਸਾਡੇ ਕੋਲ, ਘਬਰਾਣਾ ਨਹੀਂ ਹੈ। ਬਿਮਾਰੀ ਜਿਹੜੀ ਹੈ ਉਹ ਬਿਲਕੁਲ ਜੜ ਤੋਂ ਖਤਮ ਹੋ ਜਾਏਗੀ। ਜੀ, ਦਾਵਾ ਕਰ ਰਹੇ ਹੋ ਕਿ ਜੜ ਤੋਂ ਖਤਮ ਹੋ ਸਕਦੀ ਆ, ਸਹੀ ਕਹਿ ਰਹੇ ਹੋ? ਬਿਲਕੁਲ। ਮੈਂ ਤੁਹਾਨੂੰ ਦੱਸਿਆ ਨਾ, ਮੈਂ ਨਹੀਂ ਕਹਿ ਰਿਹਾ, ਇਹ ਸਾਡੇ ਗ੍ਰੰਥਾਂ ਦੇ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਹੈ, ਜਦੋਂ ਤੁਹਾਡੀ ਡਾਇਗਨੋਸ ਠੀਕ ਹੋ ਗਈ, ਤੁਸੀਂ ਦਵਾਈ ਠੀਕ ਦਿੱਤੀ ਹੈ, ਤੁਸੀਂ ਉਹ ਮਰੀਜ਼ ਪਰਹੇਜ਼ ਕਰ ਰਿਹਾ, ਮਰੀਜ਼ ਦਵਾਈ ਠੀਕ ਖਾ ਰਿਹਾ, ਫਿਰ ਕਿਉਂ ਨਹੀਂ ਠੀਕ ਹੋਊਗਾ? ਬਿਲਕੁਲ ਠੀਕ ਹੋਏਗਾ। ਡਾਕਟਰ ਸਾਹਿਬ, ਅੱਜ ਕੱਲ ਲੇਡੀਜ਼ ਦੇ ਵਿੱਚ PCOD ਦੀ ਬਿਮਾਰੀ ਦੀ ਬਹੁਤ ਹੁੰਦਾ, ਚਿੰਤਾ ਵੀ ਬਹੁਤ ਹੁੰਦੀ, ਜਾਂ ਤਾਂ ਕਿਸੇ ਨੂੰ ਦੱਸ ਵੀ ਨਹੀਂ ਪਾਉਂਦੀਆਂ। ਸੋ ਹੈ ਕਿ ਬਿਮਾਰੀ ਕਾਰਨ ਕੀ ਹੈ? ਕਿਉਂਕਿ ਲੇਡੀਜ਼ ਨੂੰ ਅਕਸਰ ਹੀ ਪ੍ਰੋਬਲਮ ਆਉਂਦੀ। ਪਹਿਲਾਂ ਕਹਿੰਦੇ ਸੀਗੇ ਕਿ ਏਜ ਜਦੋਂ ਹੋ ਜਾਂਦੀ ਜ਼ਿਆਦਾ, ਪਰ ਹੁਣ ਯੰਗ ਏਜ ਦੇ ਵਿੱਚ ਵੀ, ਜੇ 30 ਦੀ ਗੱਲ ਕਰੀਏ, 32 ਸਾਲ ਦੀ ਏਜ ਦੇ ਵਿੱਚ ਲੇਡੀ ਹੋ ਜਾਂਦੀ ਤੇ ਉਹਨੂੰ ਅਕਸਰ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਹੈ? ਦੇਖੋ, ਮੈਂ ਦੱਸਣਾ ਚਾਹੂੰਗਾ, ਮੈਂ ਪਹਿਲਾਂ ਵੀ ਗੱਲ ਕਹੀ ਹੈ, ਅੱਜ ਬੇਸ਼ੱਕ ਜਿਹੜੀ ਲੇਡੀਜ਼ ਹੈ ਹਰ ਫੀਲਡ ਦੇ ਵਿੱਚ ਬਹੁਤ ਅੱਗੇ ਹੈ, ਉਹਨੇ ਹਰ ਮੁਕਾਮ ਹਾਸਲ ਕਰ ਲਿਆ, ਪਰ ਲੇਕਿਨ ਉਹਦੇ ਨਾਲ ਹੋਇਆ ਕੀ ਹੈ, ਸਾਡਾ ਲਾਈਫ ਸਟਾਈਲ ਸਾਰਾ ਚੇਂਜ ਹੋ ਗਿਆ, ਖਾਣ ਪੀਣ ਚੇਂਜ ਹੋ ਗਿਆ, एक्सरसाइज बिल्कुल खत्म हो गई है, फिजिकल वर्क बिल्कुल घट गया है, डिप्रेशन बहुत है, टेंशन बहुत है। ये बीमारी जिहड़ी पहला सी 25 तो 30 साल ਦੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ ਹੁੰਦੀ ਸੀ, ਪਰ ਅੱਜ ਮੈਨੂੰ ਇਹ ਦੁੱਖ ਨਾਲ ਗੱਲ ਕਹਿਣੀ ਪੈ ਰਹੀ ਹੈ ਕਿ 14-15 ਸਾਲ ਦੀਆਂ ਜਿਹੜੀਆਂ ਬੱਚੀਆਂ ਹੈ ਉਹਨਾਂ ਨੂੰ ਵੀ ਇਹ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ ਹੈ, ਜਿਹੜਾ ਕਿ ਅੱਜ ਬੜਾ ਚਿੰਤਾ ਦਾ ਵਿਸ਼ੇ ਹੈ। ਇਹ ਤੇ ਬੜਾ ਹੀ ਗੰਭੀਰ ਜਿਹੜਾ ਚਿੰਤਨ ਕਰਨ ਦੀ ਲੋੜ ਹੈ। ਸੋ ਤੁਸੀਂ ਇਹ ਕਿਹਾ ਕਿ 14 ਤੋਂ 15 ਸਾਲ ਦੀ ਏਜ ਦੇ ਵਿੱਚ ਵੀ ਕੁੜੀਆਂ ਨੂੰ ਬਿਮਾਰੀ ਹੁੰਦੀ ਹੈ। ਪਹਿਲਾਂ ਮੈਂ 32 ਸਾਲ ਦੀ ਕੀਤਾ ਸੀ, ਪਰ ਤੁਸੀਂ ਕਿਹਾ ਕਿ 14 ਤੋਂ 15 ਸਾਲ ਦੀ ਏਜ ਦੇ ਵਿੱਚ ਵੀ ਕੁੜੀਆਂ ਇਸ ਬਿਮਾਰੀ ਦੇ ਨਾਲ ਪੀੜਤ ਹੋ ਜਾਂਦੀਆਂ, ਤੇ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਕੀ ਹੋ ਸਕਦੇ, ਲੱਛਣ ਕੀ ਹੁੰਦੇ ਆ? ਦੇਖੋ, ਓਵਰੀ ਵਿੱਚ, ਅੰਡੇਦਾਨੀ ਵਿੱਚ ਬਹੁਤ ਸਾਰੀਆਂ ਸਿਸਟ ਬਣ ਜਾਂਦੀਆਂ, ਜਿਹਦੇ ਨਾਲ ਹੁੰਦਾ ਕੀ ਹੈ, ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਇਹਦੇ ਵਿੱਚ ਬੱਚਾ ਕਨਸੀਵ ਕਰਨ 'ਚ, ਬੱਚਾ ਪੈਦਾ ਕਰਨ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ। ਅੱਗੇ ਜਾ ਕੇ ਬਾਂਝਪਨ ਰੋਗ ਵੀ ਹੋ ਜਾਂਦਾ ਹੈ, ਇਨਫਰਟੀਲਿਟੀ ਜਿਹਨੂੰ ਪ੍ਰੋਬਲਮ ਕਹਿੰਦੇ ਆ, ਔਰ ਇਹ 'ਚ ਐਗ ਨਹੀਂ ਬਣਦਾ। ਹੁਣ ਇਹਦੇ ਵਿੱਚ ਮੈਂ ਹੋਰ ਦੱਸਣਾ ਚਾਹੂੰਗਾ ਇਹਦੇ ਲੱਛਣ ਕੀ ਹੁੰਦੇ ਆ। ਇਹਦੇ ਵਿੱਚ ਕੀ ਹੈ, ਲੇਡੀਜ਼ ਨੂੰ ਜਿਹੜੀ ਪ੍ਰੋਬਲਮ ਹੈ ਸਭ ਤੋਂ ਵੱਡੀ ਕਿ ਮੈਂਸਸ ਘੱਟ ਆਉਂਦੇ ਆ ਜਾਂ ਆਉਣੇ ਬੰਦ ਹੋ ਜਾਂਦੇ ਆ, ਔਰ ਚਿਹਰੇ ਤੇ ਵਾਲ ਆਣੇ ਸ਼ੁਰੂ ਹੋ ਜਾਂਦੇ ਆ, ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ, ਪਿੰਪਲਸ ਹੋ ਜਾਂਦੇ ਆ। ਕਈ ਵਾਰੀ ਜਦੋਂ ਪੀਰੀਅਡਸ ਆਉਂਦੇ ਆ ਇੰਨੀ ਬਲੀਡਿੰਗ ਹੁੰਦੀ ਹੈ, ਬਹੁਤ ਜ਼ਿਆਦਾ ਹੁੰਦੀ ਹੈ। ਪਰ ਮੈਂ ਇੱਥੇ ਗੱਲ ਹੋਰ ਵੀ ਦੱਸਣਾ ਚਾਹੂੰਗਾ ਪੇਸ਼ੈਂਟਸ ਨੂੰ ਕਿ ਸਾਰੇ ਸਿੰਪਟਮ ਇੱਕੋ ਪੇਸ਼ੈਂਟ ਨੂੰ ਨਹੀਂ ਹੁੰਦੇ। ਕਈਆਂ ਨੂੰ ਕੋਈ 2 ਸਿੰਪਟਮ ਹੁੰਦੇ ਆ, ਕਈਆਂ ਨੂੰ ਕੋਈ 2 ਹੋਰ ਸਿੰਪਟਮ ਹੁੰਦੇ ਆ। ਸਾਰੇ ਇਸ ਤਰ੍ਹਾਂ ਦੇ ਸਿੰਪਟਮ ਜਿਹੜੇ ਆ ਇੱਕ ਪੇਸ਼ੈਂਟ ਨੂੰ ਨਹੀਂ ਹੁੰਦੇ। ਜੀ, ਤੁਸੀਂ ਦਾਵਾ ਕਰ ਰਹੇ ਹੋ, ਕਿਵੇਂ ਆਪਣੀ ਸਟੱਡੀ ਦੇ ਵਿੱਚ ਪ੍ਰੋਪਰ ਠੀਕ ਹੋਣ ਦਾ ਦਾਵਾ ਕਰ ਰਹੇ ਆ ਕਿ ਠੀਕ ਹੋ ਸਕਦੀ ਹੈ? ਮੈਂ ਦੱਸਣਾ ਚਾਹੂੰਗਾ ਕਿ ਮਾਡਰਨ ਸਾਇੰਸ ਨਾਲੋਂ ਆਯੁਰਵੈਦਿਕ ਵਿੱਚ ਇਹਦਾ ਸਕਸੈਸ ਰੇਟ ਬਹੁਤ ਹੀ ਜ਼ਿਆਦਾ ਹੈ, ਔਰ ਮੈਂ ਇਹ ਗੱਲ ਕਹਿਦਾ ਕਿ ਆਯੁਰਵੈਦਿਕ ਵਿੱਚ ਸਾਡੇ ਕੋਲ ਅਨੇਕਾਂ ਪੇਸ਼ੈਂਟ ਐਸੇ ਆ ਜਿਹੜੇ ਬਿਲਕੁਲ ਠੀਕ ਹੋਏ ਆ ਔਰ ਉਹਨਾਂ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਗਈ। ਲੱਛਣ ਦੱਸੇ ਤੁਸੀਂ, ਤੇ ਇੱਕ ਇਹ ਵੀ ਗੱਲ ਦੱਸੋ ਕਿ PCOD ਦਾ ਪਤਾ ਕਿਵੇਂ ਲੱਗਦਾ ਹੈ? ਕਈ ਵੇਲੇ ਅਣਜਾਣ ਹੋ ਜਾਂਦੀਆਂ ਲੇਡੀਜ਼, ਉਹਨਾਂ ਨੂੰ ਹੁੰਦੀ ਵੀ ਇਹ ਸਮੱਸਿਆ, ਅਣਜਾਣ ਰਹਿੰਦੀਆਂ, ਪਤਾ ਕਿਵੇਂ ਲੱਗਦਾ ਹੈ? ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਇਸ ਤਰ੍ਹਾਂ ਦੇ ਸਿੰਪਟਮ ਹੁੰਦੇ ਆ, ਪਿੰਪਲਸ ਹੋਣੇ ਸ਼ੁਰੂ ਹੋ ਜਾਂਦੇ ਆ, weight ਵਧਣਾ ਸ਼ੁਰੂ ਹੋ ਜਾਂਦਾ। ਮੰਨ ਲਓ ਇੱਕ ਪੇਸ਼ੈਂਟ ਦਾ ਵਜ਼ਨ ਵੱਧ ਰਿਹਾ, ਉਹ ਆਪਣੀ ਬਿਮਾਰੀ ਨੂੰ ਮੋਟਾਪਾ ਸਮਝਦਾ ਰਹਿੰਦਾ। ਜਦੋਂ ਉਹ ਆਪਣਾ ਮੋਟਾਪੇ ਦਾ ਟ੍ਰੀਟਮੈਂਟ ਲੈਂਦਾ ਹੈ, ਉਹਦਾ ਮੋਟਾਪਾ ਠੀਕ ਨਹੀਂ ਹੁੰਦਾ। ਜਦੋਂ ਉਹ ਪੂਰੀ ਤਰ੍ਹਾਂ ਡਾਕਟਰ ਉਹਦੀ ਜਾਂਚ ਕਰਦਾ ਹੈ, ਪੜਤਾਲ ਕਰਦਾ ਹੈ, ਉਹਦੇ ਟੈਸਟ ਕਰਵਾਉਂਦਾ ਹੈ, ਤਾਂ ਪਤਾ ਲੱਗਦਾ ਜਾਂ ਤਾਂ ਉਹਨੂੰ ਥਾਇਰਾਇਡ ਹੈ ਜਾਂ ਉਹਨੂੰ PCOD ਦੀ ਬਿਮਾਰੀ ਹੈ, ਕਿਉਂਕਿ ਅਦਰਵਾਈਜ਼ ਤਾਂ ਪੇਸ਼ੈਂਟ ਪਹਿਲਾਂ ਆਪਣੇ ਆਪ ਨੂੰ ਇਹ ਸਮਝਦਾ ਮੈਨੂੰ ਓਬੈਸਿਟੀ ਦੀ ਪ੍ਰੋਬਲਮ ਹੈ। ਜੀ, ਥਾਇਰਾਇਡ ਦੀ ਤੇ PCOD ਦੀ ਬਾਅਦ ਵਿੱਚ ਜਦੋਂ ਟੈਸਟ ਤੋਂ ਪਤਾ ਲੱਗਦਾ ਹੈ। ਜੀ, ਤੇ ਇਹ ਵੀ ਦੱਸ ਦਿਓ ਕਿ ਨੁਕਸਾਨ ਇਹਦੇ ਹੋਰ ਕੀ ਆ? ਪਹਿਲਾਂ ਵੀ ਤੁਸੀਂ ਜ਼ਿਕਰ ਕੀਤਾ, ਕਈ ਵਾਰ ਔਰਤਾਂ ਹੁੰਦੀਆਂ ਅਣਗਹਿਲੀ ਕਰਦੀਆਂ, ਨੁਕਸਾਨ ਉਹਨਾਂ ਨੂੰ ਪਤਾ ਹੀ ਨਹੀਂ ਹੁੰਦੇ ਕੀ ਹੋ ਸਕਦੇ ਆ। ਕੀ ਕਹਿਣਾ ਚਾਹੋਗੇ? ਥੋੜਾ ਨੁਕਸਾਨ ਵੀ ਦੱਸੋ ਇਹਦੇ। ਬਿਲਕੁਲ, ਮੈਂ ਦੱਸਦਾ। ਦੇਖੋ, ਸ਼ੂਗਰ ਤੋਂ ਲੈ ਕੇ ਅੰਡੇਦਾਨੀ ਦੇ ਕੈਂਸਰ ਤੱਕ ਹੋਣ ਦੀ ਸੰਭਾਵਨਾ ਰਹਿੰਦੀ ਹੈ। ਜਿਹੜਾ ਪੈਂਕਰੀਅਸ ਹੈ ਉਹ ਇਨਸੂਲਿਨ ਜ਼ਿਆਦਾ ਬਣਾਉਣਾ ਸ਼ੁਰੂ ਕਰ ਦਿੰਦਾ, ਔਰ ਉਹਦੇ ਨਾਲ ਹੁੰਦਾ ਕੀ ਹੈ, ਉਹ ਨਾਲ ਬਹੁਤ ਸਾਰੀਆਂ ਸਿਸਟ ਬਣ ਜਾਂਦੀਆਂ, ਜਿਹੜੀਆਂ ਸਿਸਟ ਹੈ ਅੱਗੇ ਜਾ ਕੇ ਬਾਂਝਪਨ ਰੋਗ ਪੈਦਾ ਕਰਦੀਆਂ, ਬੱਚਾ ਕਨਸੀਵ ਕਰਨ 'ਚ, ਬੱਚਾ ਪੈਦਾ ਕਰਨ ਵਿੱਚ ਦਿੱਕਤ ਆਉਂਦੀ ਹੈ। ਬਾਂਝਪਨ ਦਾ ਬਾਰ-ਬਾਰ ਜ਼ਿਕਰ ਕਰ ਰਹੇ ਹੋ, ਕਿਉਂ ਨਾ ਦੱਸੋ ਦਰਸ਼ਕਾਂ ਨੂੰ ਕਿ ਹੈ ਕੀ ਆ ਬਾਂਝਪਨ ਦੀ ਸਮੱਸਿਆ, ਕੀ ਹੁੰਦੀ ਹੈ, ਕਿਵੇਂ ਇਹ ਬਿਮਾਰੀ ਜਿਹੜੀ ਹੈ ਲੋਕਾਂ ਨੂੰ ਲੱਗਦੀ ਹੈ?
ਦੇਖੋ ਬਾਂਝਪਨ ਜਿਹੜਾ ਰੋਗ ਹੈ ਇਹ ਇੱਕ ਬੇਔਲਾਦ ਨਮਰਦੀ ਦੀ ਸ਼ਿਕਾਇਤ ਹੈ, ਬਿਮਾਰੀ ਹੈ, ਜਿਹਦਾ ਕਾਰਨ ਵੀ ਬਾਰ-ਬਾਰ ਮੈਂ ਕਹਿੰਦਾ ਕਿ ਲਾਈਫ ਸਟਾਈਲ ਬਦਲ ਗਿਆ, ਉਹਦੇ ਕਾਰਨ ਹੀ ਹੈ ਇਹ ਬਿਮਾਰੀ ਹੈ ਜਿਹੜੀ। ਔਰ ਬੱਚਾ ਨਹੀਂ ਹੁੰਦਾ, ਜਦੋਂ ਬੱਚਾ ਨਹੀਂ ਹੁੰਦਾ, ਦੇਖੋ ਕੋਈ ਵੀ ਪਰਿਵਾਰ ਹੈ ਜਿਸ ਘਰ 'ਚ ਬੱਚਾ ਨਹੀਂ ਹੈ, ਜਿਸ ਘਰ 'ਚ ਉਸ ਬੱਚੇ ਦੀ ਕਿਲਕਾਰੀ ਨਹੀਂ ਹੈਗੀ, ਤੇ ਉਹਦਾ ਜੀਵਨ ਵੀ ਨੀਰਸ ਹੈ ਔਰ ਉਹ ਪਰਿਵਾਰ ਵੀ ਅਧੂਰਾ ਹੈ। ਮੈਂ ਇੱਥੇ ਦੱਸਣਾ ਚਾਹੂੰਗਾ ਨਿਰੋਕਾ ਆਯੁਰਵੈਦਿਕ ਸੈਂਟਰ ਵਿੱਚ ਬਾਂਝਪਨ ਦਾ ਬਿਲਕੁਲ ਇਲਾਜ ਹੈ। ਜਿਨ੍ਹਾਂ ਦੀ ਸ਼ਾਦੀ ਨੂੰ ਮੈਰਿਜ ਹੋਈ ਨੂੰ 15 ਸਾਲ ਜਾਂ 20 ਸਾਲ ਹੋ ਗਏ ਸੀ, ਜਿਨ੍ਹਾਂ ਦੇ ਘਰ ਬੱਚਾ ਨਹੀਂ ਸੀ, ਉਹਨਾਂ ਦੇ ਘਰ ਵੀ ਬੱਚੇ ਹੈ ਔਰ ਬੜੇ ਉਹ ਖੁਸ਼ ਨੇ ਔਰ ਇਹਦਾ ਇਲਾਜ ਹੈ। ਔਰ ਮੈਂ ਫਿਰ ਦੱਸਣਾ ਚਾਹੂੰਗਾ ਮਾਡਰਨ ਸਾਇੰਸ ਨਾਲੋਂ ਆਯੁਰਵੈਦਿਕ ਵਿੱਚ ਜਿਹੜਾ ਇਲਾਜ ਹੈ ਦੂਸਰਿਆਂ ਨਾਲੋਂ ਕਈ ਗੁਣਾ ਜ਼ਿਆਦਾ ਬੈਟਰ ਇਲਾਜ ਹੈ। ਜੀ ਡਾਕਟਰ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਦੇ 15-20 ਸਾਲ ਦੇ ਵਿੱਚ ਬੱਚਾ ਨਹੀਂ ਹੋਇਆ ਉਹਨਾਂ ਦੀ ਵੀ ਇਹ ਸਮੱਸਿਆ ਇੱਥੇ ਆ ਕੇ ਖਤਮ ਹੋ ਜਾਵੇਗੀ। ਪਰ ਇਹ ਦੱਸੋ ਕਿ ਇਹਦਾ ਪਤਾ ਕਿਵੇਂ ਲੱਗਦਾ ਹੈ ਬਾਂਝਪਨ ਦੀ ਸਮੱਸਿਆ ਦਾ? ਬਾਂਝਪਨ ਦੀ ਪ੍ਰੋਬਲਮ ਕਿਸ ਤਰ੍ਹਾਂ ਪਤਾ ਲੱਗਦੀ ਹੈ? ਦੇਖੋ ਜਦੋਂ ਬੱਚਾ ਨਹੀਂ ਹੁੰਦਾ, ਸ਼ਾਦੀ ਹੋਈ ਨੂੰ ਮੰਨ ਲਓ 1 ਸਾਲ ਹੋ ਗਿਆ ਔਰ ਉਹ ਪੂਰਾ ਪ੍ਰयास ਕਰ ਰਹੇ ਹੈ, ਪੂਰੀ ਕੋਸ਼ਿਸ਼ ਕਰ ਰਹੇ ਹੈ, ਜਦੋਂ ਬੱਚਾ ਨਹੀਂ ਹੋ ਰਿਹਾ ਇਟ ਮੀਨਸ ਕੋਈ ਨਾ ਕੋਈ ਪ੍ਰੋਬਲਮ ਹੈ, ਸਾਨੂੰ ਜ਼ਰੂਰ ਚੈੱਕਅਪ ਕਰਵਾਉਣਾ ਚਾਹੀਦਾ ਹੈ। ਉਹਦੇ ਜਿਹੜੇ ਲੱਛਣ ਹੈ, ਉਹ ਬਿਮਾਰੀ ਦੇ ਲੱਛਣ ਇਸ ਤਰ੍ਹਾਂ ਲੱਗਦੇ ਆ ਕਿ ਉਹਨੂੰ ਕੋਈ ਨਾ ਕੋਈ ਰੋਗ ਹੈ, ਜਿਹੜਾ ਰੋਗ ਬਾਂਝਪਨ ਹੈ। ਇਹ ਸਿਰਫ ਲੇਡੀਜ਼ ਦੇ ਵਿੱਚ ਹੀ ਪ੍ਰੋਬਲਮ ਪਾਈ ਜਾਂਦੀ ਹੈ? ਬਿਲਕੁਲ ਨਹੀਂ, ਆਮ ਲੋਕਾਂ ਦੀ ਧਾਰਨਾ ਹੈ, ਇਹ ਬਹੁਤ ਜ਼ਿਆਦਾ ਗਲਤ ਧਾਰਨਾ ਹੈ। ਇੱਥੇ ਸੁਨੈਣਾ ਜੀ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਇਹ ਰੋਗ ਹੈ ਆਮ ਲੋਕ ਕਹਿੰਦੇ ਆ ਲੇਡੀਜ਼ ਨੂੰ ਹੁੰਦਾ। ਬਿਲਕੁਲ ਗੱਲ ਕੁਝ ਹੱਦ ਤੱਕ ਠੀਕ ਹੈ। ਇਹ ਜਿਹੜੀ ਐਵਰੇਜ ਹੈ 60% ਜਿਹੜੇ ਪੇਸ਼ੈਂਟਸ ਹੈ ਉਹ ਲੇਡੀਜ਼ ਦੇ ਹੈ ਜ਼ਿਆਦਾ, ਪਰ 40% ਜਿਹੜਾ ਰੋਲ ਹੈ ਉਹ ਮੇਲ ਦਾ ਰੋਲ ਹੈ। ਉਹਨਾਂ ਨੂੰ ਵੀ ਇਹ ਪ੍ਰੋਬਲਮ ਹੁੰਦੀ ਹੈ, ਤਾਂ ਹੀ ਜਾ ਕੇ ਇਹ ਸਮੱਸਿਆ ਖੜੀ ਹੁੰਦੀ ਹੈ। ਇਹ ਕਾਰਨ ਕੀ ਹੁੰਦੇ ਬਾਂਝਪਨ ਦੀ ਆਪਾਂ ਗੱਲ ਕਰਦੇ ਹਾਂ ਬਾਰ-ਬਾਰ ਕਿ ਬਿਮਾਰੀ ਜਿਹੜੀ ਹੈ ਪਾਈ ਜਾਂਦੀ, ਕਾਰਨ ਕੀ ਹੁੰਦੇ ਆ? ਦੇਖੋ ਇਹਦੇ ਵਿੱਚ ਜਿਹੜੇ ਕਾਰਨ ਨੇ, ਇਹਦੇ ਵਿੱਚ ਹਾਰਮੋਨ ਜਿਹੜੇ ਆ ਇੰਬੈਲੈਂਸ ਹੋ ਜਾਂਦੇ ਆ, ਮੈਂਸਿਸ ਠੀਕ ਨਹੀਂ ਆਉਂਦੇ, ਅੰਡਾ ਨਾ ਬਣਨਾ ਜਾਂ ਸਮੇਂ ਤੇ ਨਾ ਫੁੱਟਣਾ, ਔਰ ਯੂਟਰਸ ਪ੍ਰੋਬਲਮਸ ਵੀ ਇਹਦਾ ਜਿਹੜਾ ਕਾਰਨ ਹੈ। ਜੀ ਤੁਸੀਂ ਕਹਿੰਦੇ ਪੀਰੀਅਡਸ ਨਹੀਂ ਠੀਕ ਸਮੇਂ ਤੇ ਆਣੇ ਸਿਰਫ ਲੇਡੀਜ਼ ਦੇ ਵਿੱਚ ਹੀ ਪਾਈ ਜਾਂਦੇ ਆ? ਨਹੀਂ, ਇਹ ਬਿਮਾਰੀ ਜਿਹੜੀ ਹੈ ਤੁਸੀਂ ਕਹਿ ਰਹੇ ਹੋ ਕਿ ਕੱਲੀ ਜਿਹੜੀ ਬਾਂਝਪਨ ਦੀ ਬਿਮਾਰੀ ਹੈ ਇਹ ਕੱਲੀ ਲੇਡੀਜ਼ ਨੂੰ ਹੁੰਦੀ ਹੈ, ਇੱਥੇ ਬਹੁਤ ਗਲਤ ਧਾਰਨਾ ਹੈ। ਮੈਂ ਦੱਸਣਾ ਚਾਹੂੰਗਾ ਸੁਨੈਣਾ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਬਿਮਾਰੀ ਲੇਡੀਜ਼ ਨੂੰ ਹੁੰਦੀ ਹੈ। ਜਿੱਥੋਂ ਤੱਕ ਲੇਡੀਜ਼ ਨੂੰ ਐਵਰੇਜ ਜਿਹੜੀ ਹੈ ਉਹ 60% ਹੈ, ਲੇਕਿਨ ਕੱਲੀ ਲੇਡੀਜ਼ ਦੇ ਵਿੱਚ ਨਹੀਂ ਹੈ, ਇਹ ਮੇਲ ਪੁਰਸ਼ਾਂ ਦੇ ਵਿੱਚ ਵੀ ਪਾਈ ਜਾਂਦੀ ਹੈ, ਆਦਮੀਆਂ ਵਿੱਚ। ਉਹਨਾਂ ਨੂੰ ਵੀ ਤਕਰੀਬਨ 40% ਉਹਨਾਂ ਨੂੰ ਵੀ ਇਹ ਰੋਗ ਦਾ ਜਿਹੜਾ ਕਾਰਨ ਹੁੰਦਾ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਜਿਹੜੇ ਆਦਮੀ ਹੈ ਉਹਨਾਂ ਦੇ ਜਿਹੜੇ ਸੀਮਨ ਸਪਰਮ ਹੈ ਉਹਦੀ ਕੁਆਲਿਟੀ, ਉਹਦੀ ਗੁਣਵੱਤਾ ਉਨੀ ਅੱਛੀ ਨਾ ਹੋਣਾ, ਉਹਦੀ ਕਾਊਂਟਿੰਗ, ਉਹਦੀ ਸੰਖਿਆ ਜਿਹੜੀ ਘੱਟ ਹੋਣਾ, ਲੋ ਕੁਆਲਿਟੀ ਲੋ ਕੁਆਂਟੀਟੀ ਸੀਮਨ ਸਪਰਮ ਜਿਹੜਾ ਇਹਦਾ ਕਾਰਨ ਹੈ। ਸਰ ਇੱਕ ਹੋਰ ਬਿਮਾਰੀ ਗੰਭੀਰ ਦਾ ਆਪਾਂ ਗੱਲਬਾਤ ਕਰਾਂਗੇ, ਐਂਜੀਓਸਪਰਮੀਆ ਜਿਹੜੀ ਬਿਮਾਰੀ ਹੈ ਕਹਿੰਦੇ ਮਰਦਾਂ ਦੇ ਵਿੱਚ ਪਾਈ ਜਾਂਦੀ, ਵੀਰਸ ਨਹੀਂ ਬਣਦਾ। ਸੋ ਕੀ ਕਹਿਣਾ ਚਾਹੋਗੇ, ਬਿਮਾਰੀ ਦੇ ਕੀ ਲੱਛਣ ਹੁੰਦੇ ਆ? ਦੇਖੋ ਇਹਦੇ ਵਿੱਚ ਬਹੁਤ ਸਾਰੇ ਮਰੀਜ਼ਾਂ ਦੇ ਵਿੱਚ ਕੀ ਹੁੰਦਾ ਹੈ ਕਿ ਸੀਮਨ ਸਪਰਮ ਬਿਲਕੁਲ ਨਿਲ ਹੁੰਦੇ ਆ ਜਾਂ ਬਣਦੇ ਨਹੀਂ। ਇੱਥੇ ਮੈਂ ਦੱਸਣਾ ਚਾਹੂੰਗਾ ਕਿ ਦੂਸਰੀਆਂ ਪੈਥੀਆਂ ਵਿੱਚ ਇਹਦਾ ਇਲਾਜ ਬਿਲਕੁਲ ਨਹੀਂ ਹੈ, ਪਰ ਨਿਰੋਕਾ ਆਯੁਰਵੈਦਿਕ ਸੈਂਟਰ ਇਸ ਗੱਲ ਲਈ ਤੁਹਾਨੂੰ ਭਰੋਸਾ ਦਿੰਦਾ ਹੈ ਕਿ ਜਿਨ੍ਹਾਂ ਦੇ ਸੀਮਨ ਸਪਰਮ ਬਿਲਕੁਲ ਨਿਲ ਹੈ, ਐਂਜੀਓਸਪਰਮੀਆ ਦੀ ਪ੍ਰੋਬਲਮ ਹੈ, ਆਯੁਰਵੈਦਿਕ ਸੈਂਟਰ ਵਿੱਚ ਇਲਾਜ ਹੈ, ਬਿਲਕੁਲ ਠੀਕ ਹੋ ਸਕਦੇ ਹੈ, ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਸਾਡੇ ਕੋਲ ਆਓ, ਇਹਦਾ ਇਲਾਜ ਹੈ। ਇੱਕ ਹੋਰ ਮੈਂ ਪੁੱਛਾਂਗੀ ਕਿ ਇੱਕ ਗੰਢ ਰਸੋਲੀਆਂ, ਜੇ ਮੈਂ ਆਪਣੇ ਨਿੱਜੀ ਹੀ ਗੱਲ ਕਰਾਂ, ਮੇਰੀ ਫਰੈਂਡ ਤੇ ਵੀ ਅਕਸਰ ਹੀ ਗੰਢ ਰਸੋਲੀਆਂ ਬਣਦੀਆਂ ਬੋਡੀ ਦੇ ਵਿੱਚ, ਕਾਫੀ ਉਹਨੂੰ ਚਿੰਤਾ ਹੁੰਦੀ ਹੈ, ਡਾਕਟਰ ਤੇ ਇਹ ਚੱਕਰ 'ਚ ਇਲਾਜ ਵੀ ਨਹੀਂ ਕਰਵਾਉਣ ਜਾਂਦੀ, ਕਿ ਇਹਦਾ ਜ਼ਿਆਦਾ ਨੁਕਸਾਨ ਤਾਂ ਨਹੀਂ ਹੈ? ਕੀ ਹੈ? ਬਿਲਕੁਲ ਮੈਂ ਦੱਸਣਾ ਚਾਹੂੰਗਾ ਕਿ ਪਹਿਲਾਂ ਤਾਂ ਜਿਹੜੀਆਂ ਬਿਮਾਰੀਆਂ ਦਾ ਇਲਾਜ ਆਪਰੇਸ਼ਨ ਹੈ ਜੀ, ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ। ਨਿਰੋਕਾ ਆਯੁਰਵੈਦਿਕ ਸੈਂਟਰ ਵਿੱਚ ਬਿਨਾਂ ਆਪਰੇਸ਼ਨ ਤੋਂ ਉਹ ਬਿਮਾਰੀਆਂ ਦਾ ਦਵਾਈਆਂ ਨਾਲ ਇਲਾਜ ਕੀਤਾ ਜਾਂਦਾ, ਉਹ ਮਰੀਜ਼ ਬਿਲਕੁਲ ਠੀਕ ਹੁੰਦਾ ਹੈ। ਜਿੱਥੋਂ ਤੱਕ ਤੁਸੀਂ ਸਰੀਰ ਦੇ ਵਿੱਚ ਰਸੌਲੀਆਂ ਦੀ ਗੰਢ ਦੀ ਗੱਲ ਕੀਤੀ ਹੈ, ਲਿਪੋਮਾ ਹੈ ਜਾਂ ਸਰੀਰ ਦੇ ਹੋਰ ਵੀ ਕਿਸੇ ਹਿੱਸੇ ਵਿੱਚ ਗੰਢ ਰਸੌਲੀ ਹੈ, ਅੰਡੇਦਾਨੀ ਵਿੱਚ ਜਾਂ ਬੱਚੇਦਾਨੀ ਵਿੱਚ ਰਸੌਲੀ ਹੈ, ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ। ਜਿਸ ਤਰ੍ਹਾਂ ਥਾਇਰਾਇਡ ਹੈ, ਕੈਂਸਰ ਹੈ, ਬਵਾਸੀਰ ਹੈ, ਇਹਨਾਂ ਦਾ ਇਲਾਜ ਵੀ ਆਪਰੇਸ਼ਨ ਹੈ, ਪਰ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ, ਬਿਨਾਂ ਆਪਰੇਸ਼ਨ ਤੋਂ ਇਲਾਜ ਹੈ। ਇੱਥੇ ਮੈਂ ਇੱਕ ਗੱਲ ਹੋਰ ਜ਼ਰੂਰ ਦਰਸ਼ਕਾਂ ਨੂੰ ਕਹੂੰਗਾ ਕਿ ਹਰ ਗੰਢ ਰਸੌਲੀ ਨੂੰ ਤੁਹਾਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਕਿ ਉਹ ਇਹਦਾ ਇਲਾਜ ਨਹੀਂ ਆਪਾਂ ਕਰਨਾ, ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਕਾਰਨ ਕੀ ਹੈ?
ਹਰ ਗੰਢ ਰਸੌਲੀ ਜਿਹੜੀ ਉਹ ਕੈਂਸਰ ਨਹੀਂ ਹੈ ਤੇ ਹਰ ਗੰਢ ਰਸੌਲੀ ਅੱਗੇ ਜਾ ਕੇ ਇਹ ਵੀ ਨਹੀਂ ਹੈ ਕਿ ਉਹ ਕੈਂਸਰ ਨਹੀਂ ਬਣ ਸਕਦੀ। ਇਸ ਕਰਕੇ ਮਰੀਜ਼ ਨੂੰ ਸੁਚੇਤ ਰਹਿਣਾ ਚਾਹੀਦਾ ਹੈ, ਆਪਣੇ ਬਿਮਾਰੀ ਨੂੰ ਕੁਆਲੀਫਾਈਡ ਡਾਕਟਰ ਕੋਲ ਜਾ ਕੇ ਜ਼ਰੂਰ ਚੈੱਕਅਪ ਕਰਵਾਉਣਾ ਚਾਹੀਦਾ। ਜੀ ਬਿਲਕੁਲ, ਮਤਲਬ ਲਾਈਟ ਨਹੀਂ ਲੈਣਾ ਚਾਹੀਦਾ ਬਿਮਾਰੀ ਨੂੰ। ਕੋਈ ਵੀ ਬਿਮਾਰੀ ਹੈ, ਹੁਣ ਤੁਸੀਂ ਲਿਵਰ ਦੀ ਗੱਲ ਕਰੋ, ਜਿਸ ਤਰ੍ਹਾਂ ਲਿਵਰ ਫੈਟੀ ਹੈ, ਅੱਜ ਕੱਲ੍ਹ ਲੋਕ ਮੇਰੇ ਕੋਲ ਲਿਵਰ ਫੈਟੀ ਵਾਲੇ ਪੇਸ਼ੈਂਟਸ ਆਉਂਦੇ ਆ, ਕਹਿੰਦੇ ਜੀ ਲਿਵਰ ਫੈਟੀ ਹੈ, ਬੜਾ ਲਾਈਟਲੀ ਲੈਂਦੇ ਨੇ। ਮੈਂ ਕਹੂੰਗਾ ਬਿਲਕੁਲ ਲਾਈਟਲੀ ਨਹੀਂ ਲੈਣਾ ਚਾਹੀਦਾ। ਫਿਰ ਕੀ ਹੁੰਦਾ, ਫਿਰ ਉਹਨਾਂ ਨੂੰ ਲਿਵਰ ਸਿਰੋਸਿਸ ਹੋ ਜਾਂਦਾ, ਲਿਵਰ ਸੁੰਗੜ ਜਾਂਦਾ, ਫਿਰ ਉਹ ਇਲਾਜ ਨਹੀਂ ਹੁੰਦਾ। ਪਰ ਸਾਡੇ ਨਿਰੋਗ ਕਾਇਆ ਆਯੁਰਵੈਦਿਕ ਸੈਂਟਰ ਵਿੱਚ ਜਿਨ੍ਹਾਂ ਦਾ ਲਿਵਰ 25 ਤੋਂ 30% ਕੰਮ ਕਰਦਾ, 40% ਕੰਮ ਕਰਦਾ, ਉਹ ਵੀ ਸਾਡੇ ਕੋਲ ਪੇਸ਼ੈਂਟ ਠੀਕ ਹੋਏ ਆ। ਅੱਜ ਉਹਨਾਂ ਦਾ ਲਿਵਰ 60 ਤੋਂ 70% ਠੀਕ ਕਰ ਰਿਹਾ। ਫਿਰ ਵੀ ਕਿਹੜੀ ਚੀਜ਼ ਦਾ ਪਰਹੇਜ਼ ਰੱਖਣਾ ਚਾਹੀਦਾ? ਲਿਵਰ ਦੀ ਅਕਸਰ ਹੀ ਅੱਜ ਕੱਲ੍ਹ ਪ੍ਰੋਬਲਮ ਆਉਂਦੀ ਹੈ, ਜੇ ਬੱਚਿਆਂ ਦੀ ਗੱਲ ਕਰੀਏ, ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਜਿਹੜੀ ਆ ਬਹੁਤ ਪ੍ਰੋਬਲਮ। ਕਿਹੜੀਆਂ ਚੀਜ਼ਾਂ ਦਾ ਫਿਰ ਵੀ ਧਿਆਨ ਰੱਖਣਾ ਚਾਹੀਦਾ, ਪਰਹੇਜ਼ ਕਰਨਾ ਚਾਹੀਦਾ? ਦੇਖੋ, ਇਹ ਬੜਾ ਅੱਛਾ ਕੁਐਸਚਨ ਹੈ। ਇਹ ਮੈਂ ਆਮ ਜਨਤਾ ਨੂੰ ਦੱਸਣਾ ਚਾਹੂੰਗਾ ਕਿ ਜਿਹੜਾ ਸਾਡਾ ਆਯੁਰਵੇਦ ਹੈ ਉਹ 3 ਸੂਤਰ ਹੈ ਉਹਦੇ ਬਹੁਤ ਹੀ ਅੱਛੇ। ਉਹਨੂੰ ਤੁਸੀਂ ਜ਼ਰੂਰ ਅਪਣਾਓ, ਉਹਨੂੰ ਅਪਣਾਓਗੇ ਜ਼ਰੂਰ ਤੰਦਰੁਸਤ ਰਹੋਗੇ। ਉਹ ਹੈ ਆਹਾਰ, ਨਿਦਰਾ ਤੇ ਸੰਯਮ। ਅਗਰ ਤੁਸੀਂ ਆਪਣਾ ਖਾਣ ਪਾਣ ਠੀਕ ਰੱਖਦੇ ਹੋ, ਸਾਫ ਸੁਥਰਾ ਖਾਂਦੇ ਹੋ, ਨੀਂਦ ਪੂਰੀ ਲੈਂਦੇ ਹੋ, ਸੰਯਮ ਹੈ, ਸੰਯਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ, ਅਗਰ ਉਹਦੀ ਪਾਲਣਾ ਕਰਦੇ ਹੋ, ਇਹ ਮੈਂ ਦਾਅਵੇ ਨਾਲ ਕਹਿ ਸਕਦਾ ਤੁਸੀਂ ਬਿਲਕੁਲ ਤੰਦਰੁਸਤ ਰਹੋਗੇ, ਲੰਬੀ ਆਯੂ ਆਪਣੀ ਭੋਗੋਗੇ ਔਰ ਖੁਸ਼ ਵੀ ਰਹੋਗੇ ਔਰ ਆਨੰਦ ਲਓਗੇ ਜੀਵਨ ਦਾ। ਜੀ, ਇੱਕ ਚਮੜੀ ਦੇ ਰੋਗ ਦੀ ਬਹੁਤ ਪ੍ਰੋਬਲਮ ਹੁੰਦੀ ਹੈ। ਕਿਹੜੇ ਕਾਰਨਾਂ ਕਰਕੇ ਚਮੜੀ ਦਾ ਰੋਗ ਹੁੰਦਾ ਹੈ? ਕਈ ਵਾਰ ਦਵਾਈਆਂ ਵੀ ਲਾਉਂਦੇ ਆ, ਖਾਂਦੇ ਵੀ ਆ ਕਿ ਇਹਨੂੰ ਸਹੀ ਕਰ, ਪਰ ਫਿਰ ਵੀ ਨਹੀਂ ਸਹੀ ਹੁੰਦਾ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਜਿੱਥੋਂ ਤੱਕ ਫੇਸ ਦੇ ਵਿੱਚ, ਚਿਹਰੇ ਦੇ ਉੱਤੇ ਚਮੜੀ ਦੇ ਰੋਗ ਹੈ, ਪਿੰਪਲਸ ਹੈ, ਸਕਿਨ ਪ੍ਰੋਬਲਮਸ ਹੈ, ਉਹਦੇ ਕਈ ਕਾਰਨ ਹੈ। ਉਹਦੇ ਕਾਰਨ ਜਿਹੜੇ ਹੈ, ਇੱਕ ਤਾਂ ਅੱਜ ਕੱਲ੍ਹ ਪਾਣੀ ਬਹੁਤ ਲੋਕ ਘੱਟ ਪੀਂਦੇ ਆ, ਪਾਣੀ ਜ਼ਰੂਰ ਪੀਣਾ ਚਾਹੀਦਾ। ਔਰ ਦੂਸਰੀ ਗੱਲ ਹੈ ਜਿਹੜਾ ਕਾਸਮੈਟਿਕ ਹੈ, ਕਾਸਮੈਟਿਕ ਜਿਹੜਾ ਯੂਜ਼ ਕਰਦੇ ਆ, ਆਮ ਲੋਕਾਂ ਨੂੰ ਇਹ ਧਾਰਨਾ ਹੈ ਕਿ ਉਹ ਜਿਹੜਾ ਕਾਸਮੈਟਿਕ ਹੈ ਉਹ ਫੋਰਨ ਕੰਟਰੀ ਤੋਂ ਬਣਿਆ ਹੋਇਆ, ਇੰਪੋਰਟਡ ਜਿਹੜਾ ਯੂਜ਼ ਕਰਦੇ ਆ। ਉਹਨਾਂ ਦਾ ਜਿਹੜਾ ਕਾਸਮੈਟਿਕ ਹੈ ਉਹ ਆਪਣੇ ਜਿਹੜੀ ਕੰਟਰੀ ਦਾ ਟੈਂਪਰੇਚਰ ਹੈ ਉਹਨਾਂ ਨੇ ਉਸ ਤਰੀਕੇ ਨਾਲ ਬਣਾਇਆ, ਲੇਕਿਨ ਸਾਡੀ ਕੰਟਰੀ ਜਿਹੜੀ ਹੈ ਉਹਦਾ ਟੈਂਪਰੇਚਰ ਗਰਮ ਹੈ, ਜਦੋਂ ਵਰਤਦੇ ਆ ਉਹ ਸਕਿਨ ਦੇ ਉੱਤੇ ਨੁਕਸਾਨ ਕਰਦਾ ਹੈ। ਔਰ ਜਿੱਥੋਂ ਤੱਕ ਆਯੁਰਵੇਦਾ ਦੀ ਗੱਲ ਹੈ, ਮੈਂ ਲਾਸਟ ਤੇ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੂੰਗਾ ਆਯੁਰਵੈਦਿਕ ਪੈਥੀ ਕਿਉਂ ਕਾਰਗਰ ਹੈ। ਆਯੁਰਵੈਦਿਕ ਸਭ ਤੋਂ ਪੁਰਾਣੀ ਪੈਥੀ ਹੈ, 5000 ਸਾਲ ਪੁਰਾਣੀ ਪੈਥੀ ਹੈ, ਔਰ ਇਹ ਬਾਡੀ ਨੂੰ ਡਿਟੌਕਸ ਕਰਦੀ ਹੈ, ਸਰੀਰ ਨੂੰ ਸ਼ੁੱਧ ਕਰਦੀ ਹੈ ਤਾਂ ਕਿ ਬਿਮਾਰੀ ਜੜ ਤੋਂ ਖਤਮ ਹੋਵੇ। ਜਦੋਂ ਇਹਦੇ ਮਰੀਜ਼ ਇਲਾਜ ਕਰ ਲੈਂਦਾ ਆਯੁਰਵੈਦਿਕ ਤਰੀਕੇ ਨਾਲ ਤਾਂ ਉਸ ਤੋਂ ਬਾਅਦ ਉਹਨੂੰ ਰੋਗ ਨਹੀਂ ਹੁੰਦਾ, ਉਹ ਪੱਕੇ ਤੌਰ ਤੇ ਠੀਕ ਹੋ ਜਾਂਦਾ ਹੈ। ਜਿਹੜੀਆਂ ਦੂਸਰੀਆਂ ਪੈਥੀਆਂ ਉਹ ਬਿਮਾਰੀ ਨੂੰ ਅੰਦਰ ਦਬਾਉਂਦੀਆਂ, ਇਹ ਬਾਡੀ ਨੂੰ ਡਿਟੌਕਸ ਕਰਦੀ ਹੈ। ਇਸ ਕਰਕੇ ਜਦੋਂ ਮਰੀਜ਼ ਇੱਕ ਵਾਰੀ ਠੀਕ ਹੋ ਜਾਂਦਾ ਉਸ ਨੂੰ ਫਿਰ ਤੰਦਰੁਸਤੀ ਰਹਿੰਦੀ ਹੈ, ਤਾਂ ਜ਼ਿੰਦਗੀ ਰੋਗ ਨਹੀਂ ਹੁੰਦਾ, ਉਹ ਬਿਲਕੁਲ ਨਿਰੋਗੀ ਰਹਿੰਦਾ। ਇਸ ਕਰਕੇ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਨਿਰੋਗ ਕਾਇਆ ਆਯੁਰਵੈਦਿਕ ਸੈਂਟਰ ਵਿੱਚ ਆਓ, ਬਿਲਕੁਲ ਠੀਕ ਰਹੋਗੇ, ਤੰਦਰੁਸਤ ਰਹੋਗੇ। ਜੀ, ਫਿਰ ਵੀ ਇੱਕ ਵਾਰੀ ਲਾਸਟ ਦੱਸ, ਕਿੰਨੇ ਕੁ ਸਮੇਂ ਦਾ ਪ੍ਰੋਸੈਸ ਹੁੰਦਾ ਆ ਜੇ ਕੋਈ ਹਰ ਬਿਮਾਰੀ ਦਾ? ਦੇਖੋ, ਇਹ ਡਾਇਗਨੋਸ ਤੋਂ ਬਾਅਦ ਹੈ ਕਿ ਬਿਮਾਰੀ ਦੀ ਆਪਾਂ ਜਾਂਚ ਕਰਦੇ ਹਾਂ, ਉਹਨੂੰ ਬਿਮਾਰੀ ਕਿੰਨਾ ਚਿਰ ਤੋਂ ਹੈ, ਉਸ ਦੀ ਏਜ ਕਿੰਨੀ ਹੈ, ਉਹਨੂੰ ਹੋਰ ਪ੍ਰੋਬਲਮਸ ਤਾਂ ਨਹੀਂ ਹੈਗੀਆਂ। ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਡਾਇਗਨੋਸ ਕੀਤੀ ਜਾਂਦੀ ਹੈ। ਡਾਇਗਨੋਸ ਕਰਨ ਤੋਂ ਬਾਅਦ ਫਿਰ ਦੇਖਿਆ ਜਾਂਦਾ ਉਹਨੂੰ ਕਿਹੜੀ ਆਯੁਰਵੈਦਿਕ ਹਰਬਲ ਟ੍ਰੀਟਮੈਂਟ ਦੇਣਾ। ਫਿਰ ਉਸ ਤੋਂ ਬਾਅਦ ਦੇਖਿਆ ਜਾਂਦਾ ਉਹਨੂੰ ਕਿਹੜੀ ਚੀਜ਼ ਦੇਣੀ ਹੈ, ਕਿੰਨੀ ਮਾਤਰਾ 'ਚ ਦੇਣੀ ਹੈ, ਕਿਸ ਚੀਜ਼ ਨਾਲ ਦੇਣੀ ਹੈ, ਸਵੇਰੇ ਦੇਣੀ ਹੈ ਕਿ ਸ਼ਾਮ ਨੂੰ ਦੇਣੀ ਹੈ। ਬੜੀਆਂ ਚੀਜ਼ਾਂ ਦੇਖਣ ਤੋਂ ਬਾਅਦ ਇਹ ਚੀਜ਼ ਡਿਸਾਈਡ ਕੀਤੀ ਜਾਂਦੀ ਹੈ ਕਿ ਉਹਦਾ ਇਲਾਜ ਕਿੰਨੇ ਚਿਰ ਦਾ ਹੈ। ਇੱਕ ਮੈਂ ਲਾਸਟ ਤੇ ਹੋਰ ਜ਼ਰੂਰ ਕਹੂੰਗਾ ਕਿ ਬਹੁਤ ਸਾਰੇ ਲੋਕ ਅੱਜ ਕੱਲ੍ਹ ਇੰਟਰਨੈਟ ਤੇ ਸਰਚ ਕਰਦੇ ਆ ਬਿਮਾਰੀਆਂ ਬਾਰੇ, ਬਿਲਕੁਲ ਨਾ ਕਰੋ। ਉਹਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਔਰ ਉਹਦਾ ਫਿਰ ਕਈ ਵਾਰੀ ਹੱਲ ਨਹੀਂ ਹੁੰਦਾ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਅੱਜ ਕੱਲ੍ਹ ਜਿਸ ਤਰ੍ਹਾਂ ਨਿੰਮ ਹੈ, ਨਿੰਮ ਸਾਰੇ ਕਹਿੰਦੇ ਆ ਕਿ ਬਹੁਤ ਵਧੀਆ ਹੈ, ਪਰ ਲੇਕਿਨ ਜਿਹੜਾ ਬੰਦਾ ਨਿੰਮ ਰੈਗੂਲਰ ਖਾਣੀ ਸ਼ੁਰੂ ਕਰ ਦਿੰਦਾ ਹੈ, ਸਵੇਰ ਵੀ 3-4 ਪੱਤੇ ਖਾ ਲਏ, ਸ਼ਾਮ ਨੂੰ ਵੀ ਖਾ ਲਏ, ਉਹਦੀ ਆਈ ਜਿਹੜੀ ਸਾਈਡ ਆ ਵੀਕ ਹੋ ਜਾਂਦੀ ਹੈ, ਕਿਉਂਕਿ ਨਿੰਮ ਜਿਹੜੀ ਡਰਾਈ ਹੈ, ਇਸ ਕਰਕੇ ਨੁਕਸਾਨ ਕਰਦੀ ਹੈ। ਮੈਂ ਫਿਰ ਤੁਹਾਨੂੰ ਬੇਨਤੀ ਕਰੂੰਗਾ, ਰਿਕੁਐਸਟ ਹੈ ਮੇਰੀ ਕਿ ਤੁਸੀਂ ਬਿਲਕੁਲ ਇੰਟਰਨੈਟ ਤੋਂ ਪੜ੍ਹ ਕੇ ਆਪਣਾ ਟ੍ਰੀਟਮੈਂਟ ਨਾ ਕਰੋ, ਕੁਆਲੀਫਾਈਡ ਡਾਕਟਰ ਕੋਲ ਟ੍ਰੀਟਮੈਂਟ ਲਓ। ਆਖਿਰ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਕਿ ਬਹੁਤ ਸਾਰੇ ਲੋਕ ਵੀਡੀਓ ਦੇਖਦੇ ਹੋਣਗੇ, ਕੀ ਕਹਿਣਾ ਚਾਹੋਗੇ? ਦੇਖੋ, ਡੇਲੀ ਪੋਸਟ ਵੱਲੋਂ ਜੋ ਲੋਕਾਂ ਨੂੰ ਹੈਲਥ ਅਵੇਅਰ ਪ੍ਰਤੀ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਸਿਹਤ ਤੇ ਤੰਦਰੁਸਤੀ ਲਈ, ਸੁਨੈਨਾ ਜੀ ਮੈਂ ਤੁਹਾਡਾ ਵੀ ਔਰ ਤੁਹਾਡੀ ਪੂਰੀ ਟੀਮ ਦਾ ਨਿਰੋਗ ਕਾਇਆ ਆਯੁਰਵੈਦਿਕ ਸੈਂਟਰ ਵੱਲੋਂ ਧੰਨਵਾਦ ਕਰਦਾ। ਥੈਂਕ ਯੂ। ਸੋ ਅੱਜ ਅਸੀਂ ਪਹੁੰਚੇ ਸੀ ਨਿਰੋਗ ਕਾਇਆ ਆਯੁਰਵੈਦ ਸੈਂਟਰ ਦੇ ਵਿੱਚ, ਜਿੱਥੇ ਤੁਹਾਨੂੰ ਅਲੱਗ-ਅਲੱਗ ਬਿਮਾਰੀਆਂ ਬਾਰੇ ਦੱਸਿਆ ਕਿ ਝੱਟ ਜਿਹੜਾ ਇੱਥੇ ਬਿਮਾਰੀਆਂ ਦਾ ਇਲਾਜ ਹੁੰਦਾ ਹੈ, ਕਿਉਂਕਿ ਅਕਸਰ ਹੀ ਲੋਕ ਫੈਡ ਅਪ ਹੋ ਜਾਂਦੇ ਨੇ, ਬਿਮਾਰੀਆਂ ਦੇ ਨਾਲ ਪੀੜਤ ਹੁੰਦੇ ਨੇ। ਪਰ ਇੱਕ ਵਾਰ ਅਸੀਂ ਆਪਣੀ ਡੇਲੀ ਪੋਸਟ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਹਾਂ, ਜ਼ਰੂਰ ਤੁਸੀਂ ਇੱਕ ਵਾਰ ਵਿਜ਼ਿਟ ਕਰਕੇ ਦੇਖੋ, ਤੁਹਾਡੀਆਂ ਬਹੁਤ ਸਾਰੀਆਂ ਅਜਿਹੀਆਂ ਪਰੇਸ਼ਾਨੀਆਂ, ਬਿਮਾਰੀਆਂ ਜਿਹੜੀਆਂ ਦੂਰ ਹੋ ਜਾਣਗੀਆਂ। ਅਗਰ ਤੁਸੀਂ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਸਕਰੀਨ ਦੇ ਉੱਤੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਕੁਐਸਚਨ ਜਿਹੜੇ ਡਾਕਟਰ ਸਾਹਿਬ ਤੋਂ ਪੁੱਛ ਸਕਦੇ ਹੋ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ
ਰਹੀ ਹੈ ਤੇ ਗੱਲਬਾਤ ਕਰਕੇ ਤੁਸੀਂ ਉਸ ਬਾਰੇ ਜਿਹੜੀ ਹੈ ਜਾਣਕਾਰੀ ਹਾਸਲ ਲੈ ਸਕਦੇ ਹੋ। ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ। ਧੰਨਵਾਦ।